ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕਡਾਊਨ ਦੇ ਇਸ ਪੀਰੀਅਡ ਵਿੱਚ ਜਦੋਂ ਜ਼ਿਆਦਾਤਰ ਲੋਕ ਘਰਾਂ ਵਿੱਚ ਬੰਦ ਹਨ, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਗਤ ਦੀ ਸੇਵਾ ਵਿੱਚ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਨੂੰ ਗਾਇਨ ਕਰਕੇ ਉਸ ਨੂੰ ਕੁਝ ਸ਼ਬਦ ਅੰਗਰੇਜ਼ੀ ਵਿੱਚ ਸਮਝਾਉਣ ਦਾ ਯਤਨ ਕੀਤਾ ਜਾਵੇ ਤਾਂ ਜੋ ਗੁਰੂ ਕਿਆ ਸੰਗਤਾਂ ਉਸ ਦਾ ਲਾਹਾ ਲੈ ਸਕਣ। ਜਿੰਨੀ ਵੀ ਵਾਹਿਗੁਰੂ ਨੇ ਇਹ ਸੇਵਾ ਲਈ, ਉਨੀ ਦੇਰ ਤੱਕ ਅਸੀਂ ਹਰ ਰੋਜ਼ ਇੱਕ ਸ਼ਬਦ ਸੰਗਤ ਦੀ ਸੇਵਾ ਵਿੱਚ ਭੇਟ ਕਰਨ ਦਾ ਯਤਨ ਕਰਾਂਗੇ। ਇਹ ਛੋਟੀ ਜੀ ਸੇਵਾ ਆਪ ਜੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਦਿਲ ਦੀਆਂ ਗੱਲਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਸ਼ਖਸੀਅਤ ਨਾਲ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਹਾਂ। ਅੱਜ ਇੱਕ ਐਸੀ ਸ਼ਖਸੀਅਤ ਨਾਲ ਆਪ ਨੂੰ ਰੂਬਰੂ ਕਰਾ ਰਹੇ ਹਾਂ ਜੋ ਅਗਰ ਗੁਰਮਤ ਦੀ ਗੱਲ ਕਰੀਏ ਤੇ ਗੁਰਮਤ ਦੀ ਟਕਸਾਲ ਨੂੰ ਬਣਾਉਣ ਦੇ ਵਿੱਚ ਇੱਕ ਵੱਡਾ ਯੋਗਦਾਨ ਦੇ ਰਹੇ ਨੇ ਪ੍ਰਿੰਸੀਪਲ ਬਲਦੇਵ ਸਿੰਘ ਜੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੋਲੀ ਦੇ ਮੁੱਖ ਸੇਵਾਦਾਰ ਨੇ। ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ ਜੀ ਨੂੰ ਬੇਨਤੀ ਕਰਾਂਗਾ ਕਿ ਅੱਜ ਜਿਹੜੀਆਂ ਮਿੱਠੀਆਂ ਯਾਦਾਂ ਨੇ ਬਲਦੇਵ ਸਿੰਘ ਜੀ ਨਾਲ ਸਾਂਝ ਕਰਨਗੇ। ਸਰਦਾਰ ਕੁਲਮੋਹਨ ਸਿੰਘ ਜੀ ਰਾਜਾ ਸਾਂਸੀ। ਬਹੁਤ ਬਹੁਤ ਧੰਨਵਾਦ। ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੋਹਨ ਸਿੰਘ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਸਾਰੇ ਦਰਸ਼ਕਾਂ ਦਾ ਅਤੇ ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਹਾਂ। ਜਿਸ ਤਰ੍ਹਾਂ ਕਿ ਆਪ ਜੀ ਨੂੰ ਦੱਸਿਆ ਜਾ ਰਿਹਾ ਸੀ ਕਿ ਅਸੀਂ ਰੋਜ਼ਾਨਾ ਇੱਕ ਮਹਿਮਾਨ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਉਂਦੇ ਹਾਂ। ਅੱਜ ਉਸ ਕੜੀ ਦੇ ਵਿਚਕਾਰ ਸਾਡੇ ਜਿਹੜੇ ਮਹਿਮਾਨ ਨੇ ਉਹ ਉਸ ਸੰਸਥਾ ਦੇ ਵਿੱਚ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਨੇ, ਜਿਹੜੀ ਸੰਸਥਾ ਗੁਰਮਤ ਦੀ ਟਕਸਾਲ ਦੇ ਰੂਪ ਵਿੱਚ ਦਿੱਲੀ ਦੀ ਧਰਤੀ ਤੇ ਜਾਣੀ ਜਾਂਦੀ ਹੈ। ਕੌਮ ਦੀਆਂ ਟਕਸਾਲਾਂ ਬਹੁਤ ਨੇ ਔਰ ਉਹਨਾਂ ਟਕਸਾਲਾਂ ਤੇ ਕੌਮ ਨੂੰ ਮਾਣ ਵੀ ਬਹੁਤ ਹੈ, ਲੇਕਿਨ ਦਿੱਲੀ ਵਰਗੇ ਸ਼ਹਿਰ ਦੇ ਵਿਚਕਾਰ ਇੱਕ ਐਸੀ ਟਕਸਾਲ ਜਿਹੜੀ ਗੁਰਮਤ ਦੇ ਸਿੱਕੇ ਘੜ ਕੇ ਉਹਨਾਂ ਨੂੰ ਸਮਾਜ ਦੇ ਅੰਦਰ ਭੇਜ ਰਹੀ ਹੈ, ਚਾਹੇ ਉਹ ਗ੍ਰੰਥੀ ਦੇ ਰੂਪ ਵਿੱਚ ਹੋਣ, ਚਾਹੇ ਪ੍ਰਚਾਰਕ ਦੇ ਰੂਪ ਵਿੱਚ ਹੋਣ, ਚਾਹੇ ਉਹ ਕੀਰਤਨੀਏ ਦੇ ਰੂਪ ਵਿੱਚ ਹੋਣ, ਜਾਂ ਉਹਨਾਂ ਨੂੰ ਸ਼ੋਭੇ ਦੇ ਰਾਹੀਂ ਮਹਾਰਤ ਹਾਸਲ ਕਰਾ ਕੇ ਆਪਣੀ ਜੀਵਿਕਾ ਚਲਾਉਣ ਵਾਸਤੇ ਭੇਜਿਆ ਜਾਂਦਾ ਹੈ। ਲੇਕਿਨ ਇਹ ਆਂਦੇ ਉਹਨਾਂ ਪਰਿਵਾਰਾਂ ਤੋਂ ਨੇ ਜਿਹੜੇ ਪਰਿਵਾਰ ਖੁਦ ਸਮਰਥ ਤਾਂ ਨਹੀਂ ਕਿ ਇਹਨਾਂ ਨੂੰ ਗਿਆਨ ਦੀ ਸਿੱਖਿਆ ਦੇ ਸਕਣ, ਤਾਂ ਫਿਰ ਉਹਨਾਂ ਨੂੰ ਇਸ ਟਕਸਾਲ ਦੀ ਯਾਦ ਆਉਂਦੀ ਹੈ। ਦਿੱਲੀ ਵਿਖੇ ਮਹਿਰੋਲੀ, ਜਿਹੜਾ ਕਿ ਅਗਰ ਅਸੀਂ ਛਤਰਪੁਰ ਮੈਟਰੋ ਸਟੇਸ਼ਨ ਦੀ ਗੱਲ ਕਰੀਏ ਔਰ ਗੁੜਗਾਵਾਂ ਲਾਈਨ ਦੇ ਉੱਤੇ ਮੈਟਰੋ ਸਟੇਸ਼ਨ ਦੇ ਬਿਲਕੁਲ ਥੱਲੇ ਇਹ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਿਤ ਹੈ। ਅਸੀਂ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਬਲਦੇਵ ਸਿੰਘ ਜੀ, ਉਹਨਾਂ ਦੇ ਨਾਲ ਅੱਜ ਰੂਬਰੂ ਹੋ ਰਹੇ ਹਾਂ। ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਦਿੱਲੀ ਵਰਗੀ ਧਰਤੀ ਦੇ ਉੱਤੇ ਇਹ ਟਕਸਾਲ ਕਿਸ ਤਰ੍ਹਾਂ, ਕਦੋਂ ਔਰ ਕੀ ਕਰ ਰਹੀ ਹੈ, ਉਹਦੀ ਜਾਣਕਾਰੀ ਲਵਾਂਗੇ। ਦਰਸ਼ਕਾਂ ਨੂੰ ਬੇਨਤੀ ਹੈ ਕਿ ਦੇਖੋ, ਇਹ ਸੰਸਥਾ ਜਿਹੜੀ ਹੈ ਕੌਮ ਦੀ ਟਕਸਾਲ ਤੁਹਾਡਾ ਧਿਆਨ ਆਪਣੇ ਵੱਲ ਕੇਂਦਰਿਤ ਕਰ ਰਹੀ ਹੈ ਔਰ ਆਪ ਜੀ ਨੇ ਅੱਜ ਦੇ ਇਸ ਇੰਟਰਵਿਊ ਦੇ ਵਿਚਕਾਰ ਬਹੁਤ ਕੁਝ ਆਪ ਜੀ ਨੂੰ ਇਤਿਹਾਸਿਕ ਰੂਪ ਚ ਲੱਭੇਗਾ। ਸੋ ਮੈਂ ਜੀ ਆਇਆਂ ਆਖਦਾ ਹਾਂ ਸਾਹਿਬ ਬਲਦੇਵ ਸਿੰਘ ਜੀ, ਪ੍ਰਿੰਸੀਪਲ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਨੂੰ। ਪ੍ਰਿੰਸੀਪਲ ਸਾਹਿਬ ਜੀ ਆਇਆਂ ਨੂੰ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਆਪ ਜੀ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਵੱਲੋਂ, ਸਿੱਖੀ ਚੈਨਲ ਦੇ ਦਰਸ਼ਕਾਂ ਵੱਲੋਂ ਔਰ ਆਪ ਜੀ ਦਾ ਮੇਜ਼ਬਾਨ ਇਸ ਪ੍ਰੋਗਰਾਮ ਦਾ ਕੁਲਮੋਹਨ ਸਿੰਘ ਰਾਜਾ ਸਾਂਸੀ ਵੱਲੋਂ ਆਪ ਜੀ ਨੂੰ ਅਸੀਂ ਕਰੀਏ ਦਿਲ ਦੀਆਂ ਗੱਲਾਂ ਵਿੱਚ, ਜਿੱਥੇ ਆਪ ਜੀ ਨੂੰ ਅੱਜ ਕੁਝ ਗੱਲਾਂ ਕਰਨ ਵਾਸਤੇ, ਕੁਝ ਆਪ ਦੇ ਦਿਲ ਦੀਆਂ ਗੱਲਾਂ ਕਰਨ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਆਪ ਜੀ ਨੂੰ ਅੱਜ ਅਸੀਂ ਇਨਵਾਈਟ ਕੀਤਾ ਹੈ। ਸੋ ਸਾਡੇ ਦਰਸ਼ਕਾਂ ਨੂੰ ਕੋਈ ਕਹਿਣਾ ਚਾਹੋਗੇ ਕੁਝ? ਮੈਂ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦੀ ਹਾਂ ਤੇ ਆਪ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਸੰਸਥਾ ਨੂੰ ਇਸ ਪ੍ਰੋਗਰਾਮ ਵਾਸਤੇ ਚੁਣਿਆ। ਜਿੰਨੀ ਵੀ ਸਤਿਗੁਰੂ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਉਸ ਮੁਤਾਬਕ ਜੋ ਵੀ ਜਾਣਕਾਰੀ ਆਪ ਜੀ ਚਾਹੋਗੇ ਮੈਂ ਆਪ ਜੀ ਨੂੰ ਦੇਣ ਦੀ ਕੋਸ਼ਿਸ਼ ਕਰਾਂਗਾ। ਪ੍ਰਿੰਸੀਪਲ ਬਲਦੇਵ ਸਿੰਘ ਜੀ, ਮੈਂ ਸਵਾਲਾਂ ਦੀ ਕੜੀਆਂ ਸ਼ੁਰੂ ਕਰਨ ਜਾ ਰਿਹਾ ਹਾਂ ਔਰ ਇਹ ਸਵਾਲ ਸਿਰਫ ਇਮਤਿਹਾਨ ਲੈਣ ਵਾਸਤੇ ਨਹੀਂ ਨੇ, ਇਹ ਸਵਾਲ ਜਿਹੜੇ ਨੇ ਜਾਣਕਾਰੀ ਹਾਸਲ ਕਰਨ ਵਾਸਤੇ ਹੈ। ਤੇ ਇਸ ਕਰਕੇ ਇਹਨੂੰ ਸਵਾਲਾਂ ਜਵਾਬਾਂ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ
ਕਿ ਲੇਕਿਨ ਇੱਕ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਸਵਾਲ ਆਪ ਜੀ ਦੇ ਕੋਲ ਸਮਾਂ ਮੇਰੇ ਕੋਲ ਅੱਧੇ ਘੰਟੇ ਦਾ ਲੇਕਿਨ ਸਵਾਲ ਜ਼ਿਆਦਾ ਨੇ, ਇਸ ਕਰਕੇ ਅਗਰ ਸੰਖੇਪ ਵਿੱਚ ਉਹਦਾ ਉੱਤਰ ਦਿਓਗੇ ਤਾਂ ਮੈਨੂੰ ਲੱਗੇਗਾ ਕਿ ਬਈ ਅਸੀਂ ਤੁਹਾਡੇ ਕੋਲੋਂ ਬਹੁਤੀ ਤੋਂ ਬਹੁਤੀ ਜਾਣਕਾਰੀ ਹਾਸਲ ਕਰ ਸਕਾਂਗੇ। ਸੋ ਮੇਰਾ ਅੱਜ ਕੋਸ਼ਿਸ਼ ਕਰਾਂਗਾ। ਬੜੀ ਮਿਹਰਬਾਨੀ ਆਪ ਜੀ ਦੀ, ਸ਼ੁਕਰੀਆ। ਤੇ ਆਪਣਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ। ਆਪ ਜੀ ਦੇ ਪਹਿਲਾ ਸਵਾਲ ਆਪ ਜੀ ਨੂੰ ਮੈਂ ਕਰਨ ਜਾ ਰਿਹਾ ਹਾਂ ਸਾਹਿਬ ਬਲਦੇਵ ਸਿੰਘ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦਾ ਇਤਿਹਾਸ ਕੀ ਹੈ ਔਰ ਇਹ ਕਦੋਂ ਵਜੂਦ ਵਿੱਚ ਆਇਆ ਹੈ? ਜੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੀ ਸਥਾਪਨਾ ਸਨ 1980 ਦੇ ਵਿੱਚ ਇੰਡੀਅਨ ਪਾਰਲੀਮੈਂਟ ਦੇ ਸਪੀਕਰ ਸਰਦਾਰ ਹੁਕਮ ਸਿੰਘ, ਜੋ ਬਾਅਦ ਚ ਰਾਜਸਥਾਨ ਦੇ ਗਵਰਨਰ ਵੀ ਰਹੇ, ਉਹਨਾਂ ਨੇ ਕੀਤੀ ਸੀ। ਤੇ ਸੰਸਥਾ ਦਾ ਨੀਂਹ ਪੱਥਰ ਪੰਥ ਰਤਨ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਤੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ 5 ਪਿਆਰਿਆਂ ਦੇ ਨਾਲ ਆਪ ਨੇ ਹੱਥੀਂ ਰੱਖਿਆ ਸੀਗਾ। ਤੇ 1980 ਵਿੱਚ ਇਹ ਸੰਸਥਾ ਸ਼ੁਰੂ ਹੋਈ। ਉਸ ਤੋਂ ਬਾਅਦ 1982 ਦੇ ਵਿੱਚ ਸਰਦਾਰ ਹੁਕਮ ਸਿੰਘ ਅਕਾਲ ਚਲਾਣਾ ਕਰ ਗਏ। ਫਿਰ 1984 ਦੀ ਕਤਲੇਆਮ ਵਾਪਰ ਗਿਆ। ਸੋ ਸਹੀ ਅਰਥਾਂ ਵਿੱਚ ਫਿਰ ਜਾ ਕੇ ਉਸ ਤੋਂ 2-4 ਸਾਲ ਹੋਰ ਬਾਅਦ ਇਹ ਸੰਸਥਾ ਨੇ ਕੰਮ ਸ਼ੁਰੂ ਕੀਤਾ, ਪਰ ਇਹ ਕੰਮ ਨਾਲ ਦੀ ਨਾਲ ਚੱਲਦਾ ਰਿਹਾ। ਪਹਿਲਾਂ ਬਹੁਤ ਥੋੜੇ ਬੱਚੇ ਸੀ, ਹੁਣ ਵਾਹਿਗੁਰੂ ਦੀ ਬਹੁਤ ਕਿਰਪਾ ਹੈ, ਸਾਡੇ ਕੋਲ 200 ਦੇ ਕਰੀਬ ਵਿਦਿਆਰਥੀ ਨੇ ਜਿਹੜੇ ਗੁਰਮਤਿ ਵਿਦਿਆ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ, ਕਥਾ, ਵਿਚਾਰ ਨਾਲ ਗੁਰਬਾਣੀ ਦਾ ਕੀਰਤਨ, ਹੋਰ ਦੁਨਿਆਵੀ ਵਿਦਿਆ ਤੇ ਜਿਹੜੀ ਤਕਨੀਕੀ ਵਿਦਿਆ ਉਹ ਬਿਲਕੁਲ ਮੁਫਤ ਹਾਸਲ ਕਰ ਰਹੇ। ਮੇਰਾ ਇੱਥੇ ਪ੍ਰਸ਼ਨ ਹੈ ਕਿ ਇਹ ਜਿਹੜੀ ਵੀ ਸਿੱਖਿਆ ਆਪ ਦੇ ਰਹੇ ਹੋ, ਇਹ ਬਿਲਕੁਲ ਮੁਫਤ ਹੈ? ਹਾਂਜੀ, ਜੋ ਵੀ ਵਿਦਿਆ ਕੇਂਦਰ ਵਿੱਚ ਬੱਚਿਆਂ ਨੂੰ ਜੋ ਵੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਬਿਲਕੁਲ ਮੁਫਤ ਹੈ। ਬੱਚਿਆਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਵਗੈਰਾ ਨਹੀਂ ਲਈ ਜਾਂਦੀ। ਈਵਨ ਐਜੂਕੇਸ਼ਨ ਦੇ ਨਾਲ ਬੱਚਿਆਂ ਦੀ ਲੌਜਿੰਗ, ਬੋਰਡਿੰਗ, ਲੰਗਰ, ਯੂਨੀਫਾਰਮ, ਸਕੂਲ, ਯੂਨੀਵਰਸਿਟੀ ਦੀ ਫੀਸ, ਜਿਹੜੇ ਬੱਚੇ ਬਾਹਰ ਕਾਲਜਾਂ ਵਿੱਚ ਕੋਰਸ ਕਰਨ ਜਾਂਦੇ ਆ ਉਹਨਾਂ ਦੇ ਕਾਲਜ ਦੀ ਫੀਸ, ਕਨਵੈਂਸ ਚਾਰजेस, ਪ੍ਰਿੰਟਿੰਗ, ਸਟੇਸ਼ਨਰੀ, ਸਾਰਾ ਕੁਝ ਬੱਚਿਆਂ ਵਾਸਤੇ ਸਭ ਕੁਝ ਮੁਫਤ ਹੈ। ਪ੍ਰਿੰਸੀਪਲ ਬਲਦੇਵ ਸਿੰਘ ਜੀ, ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋ ਰਹੀ ਹੈ ਕਿ ਸਾਰੇ ਬੱਚਿਆਂ ਦੇ ਉੱਤੇ ਲੌਜਿੰਗ, ਬੋਰਡਿੰਗ ਯਾਨੀ ਰਿਹਾਇਸ਼, ਖਾਣਾ, ਰਹਿਣਾ, ਸਾਰਾ ਕੁਝ ਕਰਨਾ, ਫਿਰ ਉਹਨਾਂ ਦੀ ਫੀਸ ਤੁਸੀਂ ਆਪਣੇ ਕੋਲੋਂ ਜਮ੍ਹਾਂ ਕਰਾਣੀ, ਇਹ ਬੜਾ ਵੱਡਾ ਕੰਮ ਹੈ। ਮੈਂ ਨਹੀਂ ਸਮਝਦਾ ਕਿ ਛੋਟਾ ਜਿਹਾ ਕੰਮ ਹੈ। ਮੈਂ ਹੁਣ ਆਪ ਜੀ ਨੂੰ ਅਗਲਾ ਪ੍ਰਸ਼ਨ ਕਰਾਂ ਕਿਉਂਕਿ ਮੇਰੇ ਕੋਲ ਪ੍ਰਸ਼ਨ ਜ਼ਿਆਦਾ ਨੇ, ਇਸ ਕਰਕੇ ਆਪ ਜੀ ਨੇ ਬੜੇ ਹੀ ਸੀਮਤ ਰਹਿ ਕੇ ਸਾਰੀ ਗੱਲ ਦਾ ਜਵਾਬ ਦਿੱਤਾ ਹੈ। ਮੈਂ ਆਪ ਦਾ ਸ਼ੁਕਰੀਆ ਅਦਾ ਕਰਦਾ ਹੋਇਆ ਅੱਗੇ ਵਧ ਰਿਹਾ। ਆਪ ਜੀ ਦੀ ਸੰਸਥਾ ਦਾ ਵਿਜ਼ਨ ਔਰ ਮਿਸ਼ਨ ਯਾਨੀ ਕਿ ਸੋਚ ਤੇ ਨਿਸ਼ਾਨਾ ਕੀ ਹੈ? ਸਾਡੀ ਸੋਚ ਤੇ ਸਾਡਾ ਨਿਸ਼ਾਨਾ ਇਹ ਆ ਕਿ ਸਿੱਖ ਕੌਮ ਦੇ ਜਿੰਨੇ ਵੀ ਜ਼ਰੂਰਤਮੰਦ ਬੱਚੇ ਨੇ, ਜਿਨ੍ਹਾਂ ਦੇ ਮਾਂ-ਬਾਪ ਕਿਸੇ ਵੀ ਕਾਰਨ ਉਹਨਾਂ ਨੂੰ ਪੜ੍ਹਾ ਨਹੀਂ ਸਕਦੇ, ਉਹਨਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ, ਉਹ ਜਿੰਨੇ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਅਸੀਂ ਕੇਂਦਰ ਵਿੱਚ ਰੱਖ ਕੇ ਉਹਨਾਂ ਦਾ ਜੀਵਨ ਸੰਵਾਰ ਸਕੀਏ, ਉਹਨਾਂ ਨੂੰ ਗੁਰਮਤਿ ਦੀ ਪੜ੍ਹਾਈ ਕਰਾ ਸਕੀਏ। ਗੁਰਮਤਿ ਦੀ ਪੜ੍ਹਾਈ ਦੇ ਨਾਲ ਹੋਰ ਜਿਸ ਵੀ ਵਿਦਿਆ ਦੇ ਉਹ ਯੋਗ ਨੇ, ਜਿੰਨੀ ਵੀ ਉਹਨਾਂ ਦੇ ਵਿੱਚ ਕੈਪੇਬਿਲਿਟੀ ਹੈ, ਉਸ ਤਰ੍ਹਾਂ ਦੀ ਵਿਦਿਆ ਕਰਾ ਕੇ ਉਹਨਾਂ ਨੂੰ ਹਿੰਦੁਸਤਾਨ ਦੇ ਇੱਕ ਕਾਮਯਾਬ ਤੇ ਸਤਿਕਾਰਯੋਗ ਸ਼ਹਿਰੀ ਬਣਾਈਏ, ਤਾਂ ਜੋ ਆਪਣਾ ਜੀਵਨ ਸਫਲਾ ਕਰਨ, ਆਪਣੇ ਪਰਿਵਾਰ ਦੀ ਦੇਖਭਾਲ ਕਰਨ ਤੇ ਕੌਮ ਦੀ ਵੀ ਸੇਵਾ ਕਰ ਸਕਣ। ਸਾਹਿਬ ਬਲਦੇਵ ਸਿੰਘ ਜੀ, ਤੁਸੀਂ ਮਿਸ਼ਨ ਔਰ ਵਿਜ਼ਨ ਦੋਨਾਂ ਦੇ ਬਾਰੇ ਬੜੀ ਅੱਛੇ ਤਰੀਕੇ ਨਾਲ ਗੱਲ ਕੀਤੀ ਹੈ। ਔਰ ਹੁਣ ਮੈਂ ਆਪ ਜੀ ਨੂੰ ਇੱਕ ਸਵਾਲ ਹੋਰ ਪੁੱਛਣ ਜਾ ਰਿਹਾ ਹਾਂ, ਕਿਉਂਕਿ ਜਿੱਥੇ ਆਪ ਨੂੰ ਲੱਗੇ ਕਿ ਤੁਹਾਡਾ ਜਵਾਬ ਲੰਬਾ ਕਰਨਾ ਚਾਹੁੰਦੇ ਹੋ ਤੇ ਉਹਨੂੰ ਆਪ ਵਿਸਤਾਰ ਵੀ ਦੱਸ ਦੇਣਾ, ਐਸੀ ਗੱਲ ਕੋਈ ਨਹੀਂ। ਲੇਕਿਨ ਇਹ ਜ਼ਰੂਰ ਹੈਗਾ ਕਿ ਬਈ ਸਮਾਂ ਅਸੀਂ ਸੀਮਤ ਆਪ ਜੀ ਨੂੰ ਬੇਨਤੀ ਕੀਤੀ, ਇਹ ਨਹੀਂ ਕਿ ਆਪ ਸਾਨੂੰ ਕੋਈ ਗੱਲ ਦੱਸਣ ਹੀ ਰਹਿ ਜਾਓ। तो मैं आप जी ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਗਰ ਕੋਈ ਬੱਚਾ ਤੁਹਾਡੇ ਕੋਲ ਆਉਂਦਾ ਹੈ ਔਰ ਮਾਤਾ ਪਿਤਾ ਤੁਹਾਨੂੰ ਆਗੇ ਕਹਿੰਦੇ ਕਿ ਅਸੀਂ ਆਪਣੇ ਬੱਚੇ ਨੂੰ ਆਪ ਜੀ ਦੇ ਕੋਲ ਦਾਖਲਾ ਕਰਾਉਣਾ ਚਾਹੁੰਦੇ ਹਾਂ, ਉਹਦੀਆਂ ਟਰਮਸ ਐਂਡ ਕੰਡੀਸ਼ਨਸ ਕੀ ਨੇ, ਉਹਦੀਆਂ ਸ਼ਰਤਾਂ ਕੀ ਨੇ, ਉਹ ਕਿਵੇਂ ਬੱਚੇ ਨੂੰ ਲਿਆ ਜਾਂਦਾ ਹੈ ਔਰ ਉਹਦੇ ਬਾਰੇ ਉਹਦੀਆਂ ਕੀ ਸਹੂਲਤਾਂ, ਉਹਨੂੰ ਤੁਸੀਂ ਪਹਿਲੇ ਵੀ ਜ਼ਿਕਰ ਕੀਤਾ ਕਿ ਸਹੂਲਤਾਂ ਤੁਸੀਂ ਸਾਰੀਆਂ ਪ੍ਰੋਵਾਈਡ ਕਰਦੇ ਹੋ ਔਰ ਉਹਦੀ ਹਾਈਜੀਨ ਦਾ, ਖਾਣੇ ਦੀ ਹਾਈਜੀਨ ਦਾ, ਸਾਰੀਆਂ ਚੀਜ਼ਾਂ ਦਾ ਆਪ ਧਿਆਨ ਵੀ ਰੱਖਦੇ ਹੋ। ਸੋ ਇਹਦੇ ਤੇ ਮੈਨੂੰ ਜਾਣਕਾਰੀ ਦਿਓ ਕਿ ਵੀ ਬੱਚੇ ਜਿਹੜੇ ਆਪ ਜੀ ਕੋਲ ਆਣਾ ਚਾਹਣ
ਤੇ ਉਹਨਾਂ ਬੱਚਿਆਂ ਵਾਸਤੇ ਕੀ ਟਰਮ ਐਂਡ ਕੰਡੀਸ਼ਨਸ ਤੁਸੀਂ ਰੱਖੀਆਂ ਹੋਈਆਂ ਨੇ? ਵੀ ਜੀ ਟਰਮ ਐਂਡ ਕੰਡੀਸ਼ਨ ਇਹ ਨੇ ਕਿ ਕੋਸ਼ਿਸ਼ ਕਰਨੇ ਆ ਕਿ ਬੱਚਾ 14 ਸਾਲ ਤੋਂ ਉੱਪਰ ਹੋਵੇ, 8ਵੀਂ ਕਲਾਸ ਜੀ ਪਾਸ ਹੋਵੇ ਤੇ ਉਸਨੂੰ ਪੰਜਾਬੀ ਦੀ ਥੋੜੀ ਬਹੁਤ ਸਮਝ ਹੋਵੇ, ਪੰਜਾਬੀ ਥੋੜੀ ਬਹੁਤ ਪੜ੍ਹਨੀ ਆਉਂਦੀ ਹੋਵੇ। ਉਸ ਦਾ ਕਾਰਨ ਇਹ ਹੈ ਕਿ 14 ਸਾਲ ਦੇ ਬੱਚੇ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ, ਕਿਉਂਕਿ ਬੱਚੇ ਨੇ ਆਪਣਾ ਰੋਜ਼ ਸਵੇਰੇ ਇਸ਼ਨਾਨ ਕਰਨਾ, ਫਿਰ ਕੇਸ ਧੋਣੇ, ਕੱਪੜੇ ਧੋਣੇ ਵਗੈਰਾ ਵਗੈਰਾ, ਹੋਰ ਜਿਹੜੇ ਰੋਜ਼ ਦਿਨਚਰਿਆ ਦੇ ਕੰਮ ਨੇ ਉਹ 14 ਸਾਲ ਤੋਂ ਛੋਟੇ ਬੱਚੇ ਨੂੰ ਕਰਨੇ ਮੁਸ਼ਕਲ ਹੁੰਦੇ ਆ। ਪਰ ਅਗਰ ਜੀ ਕੋਈ ਬਹੁਤ ਜ਼ਿਆਦਾ ਮਜਬੂਰੀ ਹੋਵੇ, ਮੰਨ ਲਓ ਕਿ ਬੱਚੇ ਦੇ ਮਾਂ-ਬਾਪ ਦੋਨਾਂ ਚੋਂ ਕੋਈ ਵੀ ਨਹੀਂ ਹੈਗਾ, ਫਿਰ ਅਸੀਂ ਸਾਲ 2 ਸਾਲ ਦੀ ਇਸ ਵਿੱਚ ਰਿਲੈਕਸੇਸ਼ਨ ਵੀ ਦੇ ਦਿੰਦੇ ਆ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬੱਚਾ 14 ਸਾਲ ਤੋਂ ਉੱਪਰ ਹੋਵੇ ਤੇ ਤਾਂ ਹੀ ਅਸੀਂ ਉਹਨੂੰ ਦਾਖਲਾ ਕਰੀਏ, ਤਾਂ ਜੋ ਉਹਦੀ ਸੇਵਾ ਸਹੀ ਤਰੀਕੇ ਨਾਲ ਕਰ ਸਕੀਏ। ਪਰ ਸਾਡੇ ਕੋਲ ਕੁਝ ਬੱਚੇ 10ਵੀਂ ਤੇ 12ਵੀਂ ਕਰਕੇ ਵੀ ਆਉਂਦੇ ਨੇ, ਅਸੀਂ ਉਹਨਾਂ ਨੂੰ ਪ੍ਰੈਫਰੈਂਸ ਵੀ ਦਿੰਦੇ ਆ। ਉਸ ਦਾ ਕਾਰਨ ਹੈ ਕਿ ਜਿਹੜਾ ਬੱਚਾ 10ਵੀਂ 12ਵੀਂ ਪਾਸ ਹੁੰਦਾ ਹੈ ਉਹ ਹਰ ਚੀਜ਼ ਨੂੰ ਬੜੀ ਜਲਦੀ ਕੈਚ ਕਰਦਾ ਹੈ, ਤੇ ਜਿਹੜਾ ਸਾਡੇ 100 ਸਾਲ 2 ਸਾਲ ਨੇ ਉਸਦੇ ਖਰਚੇ ਦੇ ਵੀ ਤੇ ਬੱਚੇ ਦਾ ਸਮਾਂ ਵੀ ਬਚ ਜਾਂਦਾ ਹੈ। ਲੇਕਿਨ ਮੇਨ ਕੰਡੀਸ਼ਨ ਇਹ ਹੈ ਕਿ ਬੱਚਾ 14 ਕੁ ਸਾਲ ਦਾ ਹੋਵੇ, ਉਸਨੂੰ ਪੰਜਾਬੀ ਦੀ ਥੋੜੀ ਬਹੁਤ ਸਮਝ ਹੋਵੇ, 8ਵੀਂ ਕਲਾਸ ਪਾਸ ਹੋਵੇ, ਤਾਂ ਜੋ ਉਹਨੂੰ ਅੱਗੇ ਚਲਾਣਾ ਆਸਾਨ ਹੋ ਜਾਵੇ। ਤੁਸੀਂ ਹਾਈਜਨ ਦੀ ਗੱਲ ਕੀਤੀ ਹੈ, ਸਾਡੇ ਕੋਲ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਟਾਇਲਟ ਬਲਾਕ ਵੱਖਰਾ ਹੈ, ਬਾਥਰੂਮ ਬਲਾਕ ਵੱਖਰਾ ਹੈ, ਬੱਚਿਆਂ ਦੇ ਕੱਪੜੇ ਵਗੈਰਾ ਧੋਣ ਵਾਸਤੇ ਬੜੀ ਵੱਡੀ ਵਾਸ਼ਿੰਗ ਮਸ਼ੀਨ ਲੱਗੀ ਹੈ, ਇੱਕ ਵਾਸ਼ਰਮੈਨ ਅਸੀਂ ਰੱਖਿਆ ਹੋਇਆ ਹੈ, ਲੰਗਰ ਦਾ ਪ੍ਰਬੰਧ ਬਹੁਤ ਵਧੀਆ ਹੈ। ਐਸੀ ਕੋਈ ਗੱਲ ਨਹੀਂ, ਪਰ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੇ ਆ ਕਿ ਬੱਚਿਆਂ ਨੂੰ ਹਾਈ ਸਟੈਂਡਰਡ ਦਾ ਜਿਹੜਾ ਲਾਈਫ ਸਟੈਂਡਰਡ ਹੈ ਉਹ ਦਿੱਤਾ ਜਾਵੇ, ਵਧੀਆ ਤੇ ਸਿੰਪਲ ਜਿਹੜਾ ਜੀਵਨ ਹੈ ਉਹ ਜੀ ਸਕਣ। ਇਸ ਵਾਸਤੇ ਜੋ ਵੀ ਸੰਭਵ ਹੋਵੇ ਅਸੀਂ ਸਮੇਂ-ਸਮੇਂ ਤੇ ਆਪਣਾ ਸੁਧਾਰ ਵੀ ਕਰਦੇ ਰਹਿੰਦੇ ਆ। ਅਗਰ ਕੋਈ ਸੰਗਤ ਵੱਲੋਂ ਕੋਈ ਸੁਝਾਅ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹਨਾ, ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਸਿੱਖੀ ਚੈਨਲ ਦੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਅੱਜ ਸਾਡੇ ਨਾਲ ਪ੍ਰਿੰਸੀਪਲ ਬਲਦੇਵ ਸਿੰਘ ਜੀ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੋਲੀ ਦਿੱਲੀ ਵਿਖੇ ਪ੍ਰਿੰਸੀਪਲ ਹਨ, ਔਰ ਇਹ ਸੰਸਥਾ ਜਿਹੜੀ ਹੈ ਗੁਰਮਤ ਦੇ ਟਕਸਾਲ ਦੇ ਰੂਪ ਵਿੱਚ ਕਾਰਜ ਕਰ ਰਹੀ ਹੈ। ਇਸ ਸੰਸਥਾ ਦੇ ਬਾਰੇ ਮੈਂ ਇੱਕ ਵਿਸ਼ੇਸ਼ ਗੱਲ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸੰਤ ਸੁੱਚਾ ਸਿੰਘ ਜੀ ਜਵਾਦੀ ਕਲਾਂ ਵਾਲਿਆਂ ਨੇ ਤੰਤੀ ਸਾਜ਼ਾਂ ਨੂੰ ਸੁਰਜਿਤ ਕੀਤਾ। ਉਹ ਤੰਤੀ ਸਾਜ਼ ਜਿਹੜੇ ਗੁਰੂ ਸਾਹਿਬ ਆਪ ਵਜਾ ਕੇ ਕੀਰਤਨ ਕਰਿਆ ਕਰਦੇ ਸਨ ਔਰ ਗੁਰੂ ਦਾ ਆਨੰਦ ਮਾਣਿਆ ਕਰਦੇ ਸਨ, ਅਕਾਲ ਪੁਰਖ ਦਾ ਆਨੰਦ ਮਾਣਦੇ ਸਨ। ਉਹਨਾਂ ਤੰਤੀ ਸਾਜ਼ਾਂ ਨੂੰ ਦਿੱਲੀ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਸੰਸਥਾ ਹੈ, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ, ਜਿਸ ਨੇ ਤੰਤੀ ਸਾਜ਼ਾਂ ਨੂੰ ਮੁੜ ਤੋਂ ਸ਼ੁਰੂ ਕਰਕੇ ਉੱਥੇ ਜੱਥਾ ਤਿਆਰ ਕੀਤਾ ਹੈ। ਔਰ ਉਹ ਜੱਥਾ ਜਿਹੜਾ ਤੰਤੀ ਸਾਜ਼ਾਂ ਦੇ ਨਾਲ ਹੀ ਕੀਰਤਨ ਕਰਦਾ ਹੈ, ਆਸਾਈ ਦੀ ਵਾਰ ਦਾ ਕੀਰਤਨ ਕਰਦਾ ਹੈ। ਅਗਰ ਜ਼ਿੰਦਗੀ 'ਚ ਕਦੀ ਮੌਕਾ ਮਿਲੇ ਉਹ ਕੀਰਤਨ ਸੁਣਨ ਦਾ, ਤਾਂ ਮੈਂ ਸਮਝਦਾ ਤੁਹਾਨੂੰ ਆਪ ਲੱਗੇਗਾ ਕਿ ਇੰਜ ਜਾਪਦਾ ਹੈ ਕਿ ਅੱਜ ਸੱਚਖੰਡ ਦੇ ਅੰਦਰ ਗੁਰੂ ਸਾਹਿਬ ਨਾਲ ਗੱਲਾਂ ਹੋ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦਿੱਲੀ ਦੇ ਵਿੱਚ ਸਥਿਤ ਹੈ। ਔਰ ਇਹ ਵੇਖੋ ਆਪ ਜੀ ਨੂੰ, ਜਿਸ ਤਰ੍ਹਾਂ ਸਾਹਿਬ ਬਲਦੇਵ ਸਿੰਘ ਜੀ ਦੱਸ ਰਹੇ ਸਨ ਕਿ ਬੱਚੇ ਨੂੰ 12 ਸਾਲ ਦੀ ਉਮਰ ਤੋਂ ਲੈ ਕੇ ਉਸ ਬੱਚੇ ਨੂੰ ਸੰਭਾਲਣਾ ਔਰ ਫਿਰ ਉਸ ਤੋਂ ਬਾਅਦ ਉਸ ਬੱਚੇ ਦਾ ਲੌਜਿੰਗ, ਬੋਰਡਿੰਗ, ਉਹਦਾ ਰਿਹਾਇਸ਼, ਉਹਦਾ ਖਾਣਾ, ਉਹਦੇ ਕੱਪੜੇ, ਉਹਦਾ ਸਾਰਾ ਕੁਝ ਖਰਚਾ ਜਿਹੜਾ ਇਹ ਸੰਸਥਾ ਆਪ ਕਰਦੀ ਹੈ। ਔਰ ਕਿਸ ਤਰ੍ਹਾਂ ਕਰਦੀ ਹੈ ਇਹਦੇ ਬਾਰੇ ਅਸੀਂ ਸਾਹਿਬ ਬਲਦੇਵ ਸਿੰਘ ਜੀ ਕੋਲੋਂ ਜਾਣਾਂਗੇ। ਲੇਕਿਨ ਮੈਂ ਆਪ ਜੀ ਨੂੰ ਕਹਿਣਾ ਕਿ ਅਗਰ ਤੁਸੀਂ ਵੀ ਕਿਤੇ ਸੰਸਥਾਕ ਰੂਪ ਦੇ ਵਿਚਕਾਰ, ਵਿਅਕਤੀਗਤ ਰੂਪ ਦੇ ਵਿਚਕਾਰ ਸੇਵਾ ਕਰ ਰਹੇ ਹੋ ਔਰ ਤੁਹਾਡੇ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੀਤਾ ਹੋਇਆ ਐਕਸਪੀਰੀਅੰਸ ਸੰਗਤਾਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾ ਸਕੇ, ਤੇ ਫਿਰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦਾ ਪਲੇਟਫਾਰਮ, ਸਿੱਖੀ ਚੈਨਲ ਦਾ ਇਹ ਪਲੇਟਫਾਰਮ ਤੁਹਾਨੂੰ ਸੱਦਾ ਦੇ ਰਿਹਾ ਹੈ ਕਿ ਆਓ ਸਾਹਿਬ ਬਲਦੇਵ ਸਿੰਘ ਜੀ ਜਿਹੜੀ ਜਗ੍ਹਾ ਤੇ ਅੱਜ ਬੈਠੇ ਨੇ, ਕੱਲ ਤੁਸੀਂ ਹੋ ਸਕਦੇ ਹੋ। ਲੇਕਿਨ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਦੀ ਸਕਰੀਨ ਦੇ ਉੱਤੇ ਉਹਨਾਂ ਦਾ ਈਮੇਲ ਐਡਰੈਸ ਆ ਰਿਹਾ, ਕਿਰਪਾ ਕਰਕੇ ਆਪ ਉਸ ਦੇ ਉੱਤੇ ਆਪਣਾ ਨਾਮ ਔਰ ਆਪਣਾ ਫੋਨ ਨੰਬਰ ਭੇਜੋ ਤਾਂ ਕਿ ਆਪ ਜੀ ਨੂੰ ਸੰਪਰਕ ਕੀਤਾ ਜਾ ਸਕੇ। ਇਸ ਤਰ੍ਹਾਂ ਹੀ ਸਿੱਖੀ ਚੈਨਲ ਦੇ ਨੰਬਰਾਂ ਦੇ ਉੱਤੇ ਆਪ WhatsApp ਕਾਲ ਕਰੋ, ਬਸ ਮੈਸੇਜ ਕਰੋ, ਮਿਸ ਕਾਲ ਦਿਓ ਤਾਂ ਕਿ ਅਸੀਂ ਆਪ ਜੀ ਨੂੰ ਸੱਦਾ ਦੇ ਸਕੀਏ। ਤਾਂ ਪ੍ਰਿੰਸੀਪਲ ਬਲਦੇਵ ਸਿੰਘ ਜੀ ਨਾਲ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹੋਏ, ਪ੍ਰਿੰਸੀਪਲ ਬਲਦੇਵ ਸਿੰਘ ਜੀ, ਜਿੱਦਾਂ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਨੇ, ਇੱਥੇ ਮੈਨੂੰ ਇੱਕ ਸਵਾਲ ਵਿੱਚੋਂ ਦੀ, ਜਿਹੜਾ ਮੈਂ ਤਿਆਰ ਸਵਾਲ ਕੀਤੇ ਸੀ, ਉਹ ਵਿੱਚੋਂ ਇੱਕ ਨਵਾਂ ਸਵਾਲ ਨਿਕਲ ਆਇਆ ਕਿ ਇਹ ਸਾਰੀ ਚੀਜ਼ਾਂ ਦੇ ਉੱਤੇ ਆਫਟਰ ਆਲ ਖਰਚ ਬਹੁਤ ਆਉਂਦਾ ਹੈ ਕਿ ਇਹ ਸੰਸਥਾ ਦੇ ਖਰਚ ਕਰਨ ਦਾ ਕਿੱਥੋਂ ਸਾਧਨ ਹੈ? ਮੈਂ ਉਸ ਤੋਂ ਪਹਿਲੇ ਇੱਕ ਗੱਲ ਜ਼ਰੂਰ ਐਡ ਕਰਨੀ ਚਾਹਾਂਗਾ ਕਿ ਸਾਡੇ ਕੋਲ ਜਦੋਂ ਬੱਚੇ ਦੀ ਐਡਮਿਸ਼ਨ ਹੁੰਦੀ ਹੈ
ਪਹਿਲਾ ਸਾਲ ਹਰ ਇੱਕ ਬੱਚੇ ਵਾਸਤੇ, ਚਾਹੇ ਉਹ 8ਵੀਂ ਪਾਸ ਹੈ, 10ਵੀਂ 12ਵੀਂ ਜਾਂ ਕੁਝ ਗ੍ਰੈਜੂਏਸ਼ਨ ਕਰਕੇ ਵੀ ਆਉਂਦੇ ਆ, ਪਹਿਲਾ ਸਾਲ ਹਰ ਬੱਚੇ ਵਾਸਤੇ ਪੰਜਾਬੀ ਤੇ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ। ਉਸ ਤੋਂ ਅਗਲੇ ਸਾਲ ਫਿਰ ਅਸੀਂ ਬੱਚੇ ਨੂੰ ਉਸਦੀ ਯੋਗਤਾ ਦੇ ਮੁਤਾਬਕ ਨੈਸ਼ਨਲ ਓਪਨ ਸਕੂਲ ਤੋਂ 10ਵੀਂ ਤੇ 12ਵੀਂ ਤੇ ਉਸ ਤੋਂ ਬਾਅਦ ਵੋਕੇਸ਼ਨਲ ਕੋਰਸ ਵਿੱਚ ਐਡਮਿਸ਼ਨ ਕਰਵਾਉਂਦੇ ਆ। ਤੁਸੀਂ ਜੀ ਗੱਲ ਕੀਤੀ ਹੈ ਕਿ ਸਾਡੇ ਆਮਦਨ ਦੇ ਸਾਧਨ ਕੀ ਨੇ। ਦੇਖੋ, ਸਾਡੇ ਜੀ ਕੋਲ ਕੋਈ ਜਾਇਦਾਦ ਨਹੀਂ ਹੈ, ਨਾ ਹੀ ਕੋਈ ਇਸ ਤਰ੍ਹਾਂ ਦੀ ਜਾਇਦਾਦ ਹੈ ਕਿ ਜਿਸ ਤੋਂ ਕੋਈ ਕਿਰਾਇਆ ਆਵੇ। ਅਸੀਂ ਟੋਟਲ ਡੋਨੇਸ਼ਨ ਤੇ ਡਿਪੈਂਡ ਕਰਦੇ ਹਾਂ। ਜੋ ਵੀ ਸੰਗਤ ਵਿਦਿਆ ਕੇਂਦਰ ਨੂੰ ਜਾਣਦੀ ਹੈ ਜਾਂ ਪਰਿਵਾਰ ਜੁੜੇ ਹੋਏ ਨੇ, ਉਹਨਾਂ ਵਿੱਚੋਂ ਕੁਝ ਪਰਿਵਾਰ ਮਹੀਨਾਵਾਰ ਡੋਨੇਸ਼ਨ ਦਿੰਦੇ ਨੇ, ਕੁਝ ਸਾਲਾਨਾ ਦਿੰਦੇ ਨੇ, ਤੇ ਕੁਝ ਪਰਿਵਾਰ ਬੱਚਿਆਂ ਨੂੰ, ਜਿਹੜੇ ਬੱਚੇ ਵੋਕੇਸ਼ਨਲ ਕੋਰਸ ਕਰਦੇ ਨੇ, ਉਹਨਾਂ ਦੀ ਫੀਸ ਨੂੰ ਸਪਾਂਸਰ ਕਰ ਲੈਂਦੇ। ਇਸ ਅੱਛਾ ਤਰੀਕੇ ਨਾਲ ਸਾਡਾ ਸਭ ਤੋਂ ਮੇਨ ਜਿਹੜਾ ਇਨਕਮ ਦਾ ਸੋਰਸ ਹੈ, ਦੈਟ ਇਜ਼ ਓਨਲੀ ਡੋਨੇਸ਼ਨ। ਤੇ ਦੂਸਰਾ ਜਿਹੜਾ ਸਾਡਾ ਸੋਰਸ ਆਫ ਇਨਕਮ ਹੈ ਉਹ ਹੈ ਕਿ ਇਹ ਬੱਚੇ ਜਿਹੜੇ ਸਾਡੇ ਪ੍ਰੋਗਰਾਮ ਨੇ, ਘਰਾਂ ਦੇ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚ ਵੀ ਅਖੰਡ ਪਾਠ ਸਾਹਿਬ ਦੀ ਸੇਵਾ, ਸਹਿਜ ਪਾਠ ਦੀ ਸੇਵਾ, ਕੀਰਤਨ ਦੀ ਸੇਵਾ, ਆਨੰਦਕਾਰੀ ਦੀ ਸੇਵਾ, ਇਹ ਸਾਰੀਆਂ ਸੇਵਾਵਾਂ ਕਰਨ ਵਿੱਚ ਬੱਚਿਆਂ ਨੂੰ ਅਸੀਂ ਤਿਆਰ ਚੰਗੀ ਤਰ੍ਹਾਂ ਕਰ ਲੈਂਦੇ ਆ। ਤੇ ਇਹਨਾਂ ਸੇਵਾਵਾਂ ਤੋਂ ਜਿਹੜੀ ਭੇਟਾ ਆਉਂਦੀ ਹੈ, ਜੋ ਅਮਾਇਆ ਆਉਂਦੀ ਹੈ, ਉਹ ਕਿਸੇ ਇੰਡੀਵਿਜੂਅਲ ਦੀ ਜੇਬ ਵਿੱਚ ਨਾ ਜਾ ਕੇ ਇਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਹੁੰਦੀ ਹੈ। ਇਸ ਤੋਂ ਇਲਾਵਾ ਸਾਡੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚ ਗੁਰਦੁਆਰਾ ਸਾਹਿਬ ਦੇ 2 ਹਾਲ ਨੇ, ਜਿੱਥੇ ਅਸੀਂ ਜੀ ਸਾਲ ਵਿੱਚ ਬਹੁਤ ਜ਼ਿਆਦਾ ਪ੍ਰੋਗਰਾਮ ਸੰਗਤ ਦੇ ਹੁੰਦੇ ਨੇ, ਜਿਸ ਵਿੱਚ ਮੰਨ ਲਓ ਅਖੰਡ ਪਾਠ ਹੋ ਗਿਆ, ਕੀਰਤਨ ਹੋ ਗਿਆ। ਸਾਡੇ ਕੋਲ ਤਕਰੀਬਨ ਸਾਲ ਦੇ 100 ਸਵਾ 100 ਆਨੰਦ ਕਾਰਜ ਅਸੀਂ ਹੋ ਜਾਂਦੇ ਨੇ, ਕਿਉਂਕਿ ਸਾਡੇ ਇਲਾਕੇ ਦੇ ਨੇੜੇ ਤੇੜੇ ਬਹੁਤ ਸਾਰੇ ਮੈਰਿਜ ਪੈਲੇਸ ਨੇ ਤੇ ਉਹ ਆਨੰਦ ਕਾਰਜ ਤਕਰੀਬਨ ਇਸ ਸੰਸਥਾ ਵਿੱਚ ਹੁੰਦੇ ਆ। ਸਾਡੇ ਕੋਲ ਪਾਰਕਿੰਗ ਦੀ ਬੜੀ ਅੱਛੀ ਸੁਵਿਧਾ ਹੈ। ਬਾਕੀ ਸਾਫ ਸਫਾਈ ਦਾ ਬਹੁਤ ਵਧੀਆ ਧਿਆਨ ਹੈ, ਬੜੇ ਸੋਹਣੇ ਗਾਰਡਨ ਨੇ। ਜੋ ਵੀ ਸੰਗਤ ਆਉਂਦੀ ਹੈ ਉਹ ਦੇਖ ਕੇ ਖੁਸ਼ ਹੁੰਦੀ ਹੈ। ਹਾਂਜੀ ਪ੍ਰਿੰਸੀਪਲ ਸਾਹਿਬ, ਮੈਂ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਅਗਰ ਕੋਈ ਆਨਲਾਈਨ ਤੁਹਾਨੂੰ ਡੋਨੇਟ ਕਰਨਾ ਚਾਹੁੰਦੇ ਹੋਵੇ ਤਾਂ ਕਿਆ ਤੁਹਾਡੀ ਵੈਬਸਾਈਟ ਤੇ ਕੋਈ ਐਸਾ ਹੈ ਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੀ ਵੈਬਸਾਈਟ ਤੇ ਜਾ ਕੇ ਕੋਈ ਆਨਲਾਈਨ ਡੋਨੇਸ਼ਨ ਕਰਨਾ ਚਾਹੁੰਦਾ ਹੋਵੇ ਤੇ ਕਰ ਸਕਦਾ ਹੋਵੇ? ਅਸੀਂ ਇਹ ਲੋਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੀਰ ਜੀ ਵੈਬਸਾਈਟ ਤਿਆਰ ਕੀਤੀ ਹੈ, ਪਰ ਅਨਫੋਰਚੂਨੇਟਲੀ ਅਜੇ ਉਸਦਾ ਇਹ ਆਨਲਾਈਨ ਡੋਨੇਸ਼ਨ ਵਾਲਾ ਪੋਰਸ਼ਨ ਚਾਲੂ ਨਹੀਂ ਹੋ ਸਕਿਆ ਲੋਕਡਾਊਨ ਕਰਕੇ। ਜਲਦੀ ਹੋ ਜਾਏਗਾ। ਬਾਕੀ ਅਗਰ ਕੋਈ ਡੋਨੇਸ਼ਨ ਕਰਨਾ ਚਾਹਵੇ ਤੇ ਅਸੀਂ ਉਹਨੂੰ ਆਪਣੇ ਬੈਂਕ ਦੀ ਡਿਟੇਲ ਦੇ ਸਕਨੇ ਆ। ਮੈਂ ਇਸ ਵਿੱਚ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ, ਜੋ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਹੈ ਇਹ ਬॉयਜ਼ ਵਾਸਤੇ ਆ। ਇਸੇ ਤਰ੍ਹਾਂ ਤੇ ਅਸੀਂ ਲੜਕੀਆਂ ਵਾਸਤੇ ਵੀ ਇੱਕ ਸੰਸਥਾ ਬਣਾਈ ਹੋਈ ਹੈ, ਉਸਦਾ ਨਾਮ ਰੱਖਿਆ ਸਿੱਖ ਹਿਊਮੈਨਿਟੇਰੀਅਨ ਸੁਸਾਇਟੀ। ਉਹ ਰੋਣੀ ਵਿੱਚ ਉਹ ਸੰਸਥਾ ਕੰਮ ਕਰਦੀ ਹੈ ਐਜ਼ ਏ ਡੇ ਬੋਰਡਿੰਗ। ਉੱਥੇ ਰੋਣੀ ਦੇ ਵਿੱਚ ਸੈਕਟਰ 16 ਦੇ ਵਿੱਚ ਇੱਕ ਕਾਲੋਨੀ ਹੈ, ਸਰਦਾਰ ਕਾਲੋਨੀ, ਦੈਟ ਇਜ਼ ਏ ਰੀਸੈਟਲਮੈਂਟ ਕਾਲੋਨੀ ਫਾਰ 84 ਰਾਈਟਸ ਵਿਕਟਮ। ਉੱਥੋਂ ਦੀਆਂ ਬੱਚੀਆਂ ਨੇ ਜਿਹੜੀਆਂ ਸਵੇਰੇ ਸਰਕਾਰੀ ਸਕੂਲਾਂ ਵਿੱਚ ਜਾਂਦੀਆਂ, ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੇ ਸੈਂਟਰ ਵਿੱਚ ਆਉਂਦੀਆਂ ਨੇ, ਜਿੱਥੇ ਅਸੀਂ ਉਹਨੂੰ ਗੁਰਮਤਿ ਦੀ ਪੜ੍ਹਾਈ ਦੇ ਨਾਲ ਨਾਲ ਜਿੰਨੇ ਵੀ ਬਾਕੀ ਸਾਰੇ ਸਕੂਲ ਦੇ ਸਬਜੈਕਟ ਨੇ ਉਹਨਾਂ ਦੀ ਫ੍ਰੀ ਕੋਚਿੰਗ ਦਿੰਦੇ ਆ। ਜੇ ਕੋਈ ਹੋਰ ਤਰ੍ਹਾਂ ਦੀ ਕਿਤਾਬਾਂ ਦਾ ਖਰਚਾ, ਸਟੇਸ਼ਨਰੀ ਦਾ, ਕਿਸੇ ਕੋਈ ਫੀਸ ਹੈ, ਉਹ ਵੀ ਸੰਸਥਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ। ਇਹ ਗੱਲ ਮੈਂ ਇਸ ਕਰਕੇ ਐਡ ਕੀਤੀ ਹੈ ਕਿ ਸਾਡੀ ਉਹ ਜੋ ਸੰਸਥਾ ਸਿੱਖ ਹਿਊਮੈਨਿਟੇਰੀਅਨ ਸੁਸਾਇਟੀ, ਉਹਦੇ ਕੋਲ ਉਸ ਵਿੱਚ ਸਾਡੇ ਕੋਲ ਫੋਰਨ ਕੰਟਰੀਬਿਊਸ਼ਨ ਲੈਣ ਦੀ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵਲ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚ ਕਿਉਂਕਿ ਇੱਥੇ ਅਸੀਂ ਰਿਲੀਜੀਅਸ ਟੱਚ ਸਾਡੇ ਕੋਲ ਜ਼ਿਆਦਾ ਹੈ, ਇਸ ਕਰਕੇ ਅਸੀਂ ਡੋਨੇਸ਼ਨ ਸਿਰਫ ਇੰਡੀਅਨ ਕਰੰਸੀ ਵਿੱਚ ਇੰਡੀਅਨ ਗਵਰਨਮੈਂਟ, ਇੰਡੀਅਨ ਲੋਕਾਂ ਕੋਲੋਂ ਹੀ ਲੈ ਸਕਦੇ ਹਾਂ। ਫੋਰਨ ਡੋਨੇਸ਼ਨ ਅਸੀਂ ਸਿੱਖ ਹਿਊਮੈਨਿਟੇਰੀਅਨ ਸੁਸਾਇਟੀ ਵਿੱਚ ਲੈ ਸਕਦੇ ਹਾਂ। ਮੈਂ ਇੱਥੇ ਪ੍ਰਿੰਸੀਪਲ ਸਾਹਿਬ ਆਪ ਜੀ ਨੂੰ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਔਰ ਉਹਨਾਂ ਬੱਚਿਆਂ ਦਾ ਆਪ ਜੀ ਉਹਨਾਂ ਦਾ ਲਾਈਫ ਰੂਟੀਨ ਕੀ ਹੈ ਸਾਰੇ ਦਿਨ ਦਾ? ਵੀ ਜੀ ਸਮੇਂ ਦੇ ਮੁਤਾਬਕ ਸਵੇਰੇ 4 ਵਜੇ ਤੇ ਜਾਂ 5 ਵਜੇ 1 ਘੰਟੇ ਦਾ ਅਸੀਂ ਡਿਫਰੈਂਸ ਰੱਖਿਆ ਵੈਦਰ ਦੇ ਮੁਤਾਬਕ। 4 ਵਜੇ ਬੈਲ ਲੱਗਦੀ ਹੈ, 1 ਘੰਟੇ ਵਿੱਚ ਬੱਚੇ ਇਸ਼ਨਾਨ ਕਰਕੇ ਤਿਆਰ ਹੋ ਕੇ 5 ਵਜੇ ਗੁਰਦੁਆਰਾ ਸਾਹਿਬ ਆਉਂਦੇ ਆ। 5 ਤੋਂ 6 ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਹੁੰਦੀ ਹੈ। ਉਸ ਤੋਂ ਬਾਅਦ ਅੱਧੇ ਘੰਟੇ ਵਿੱਚ ਬ੍ਰੇਕਫਾਸਟ ਹੁੰਦਾ ਹੈ। ਫਿਰ ਬੱਚਿਆਂ ਨੂੰ ਘੰਟਾ ਤਿਆਰ ਹੋਣ ਵਾਸਤੇ ਮਿਲਦਾ ਹੈ। ਤਕਰੀਬਨ 8 ਵਜੇ ਮਾਰਨਿੰਗ ਅਸੈਂਬਲੀ ਹੁੰਦੀ ਹੈ। 8 ਵਜੇ ਤੋਂ ਲੈ ਕੇ 1:30 ਵਜੇ ਤੱਕ ਇਹਨਾਂ ਦੀਆਂ ਕਲਾਸਾਂ ਹੁੰਦੀਆਂ। ਇਨ ਬਿਟਵੀਨ 20 ਮਿੰਟ ਦੀ ਇੱਕ ਟੀ ਬ੍ਰੇਕ ਹੁੰਦੀ ਹੈ। 1:30 ਵਜੇ ਫਿਰ ਲੰਚ ਹੁੰਦਾ ਹੈ। ਉਸ ਤੋਂ ਬਾਅਦ ਫਿਰ ਘੰਟੇ ਦੀ ਰੈਸਟ ਹੈ। ਸ਼ਾਮ ਨੂੰ ਫਿਰ 2 ਘੰਟੇ ਦੀ ਕਲਾਸ।
ਤੇ ਫਿਰ ਇਹਨਾਂ ਦਾ ਸੈਸ ਪੀਰੀਅਡ ਕਹਿ ਲਓ ਜਾਂ ਰਿਫਰੈਸ਼ ਹੋਣ ਦਾ ਸਮਾਂ, ਖੇਡਣ ਦਾ ਸਮਾਂ, ਤੇ ਸ਼ਾਮ ਨੂੰ ਫਿਰ 7 ਤੋਂ 8 ਗੁਰਦੁਆਰਾ ਸਾਹਿਬ ਹਾਜ਼ਰੀ, ਤੇ ਗੁਰਦੁਆਰਾ ਸਾਹਿਬ ਤੋਂ ਬਾਅਦ ਲੰਗਰ, ਤੇ ਫਿਰ ਘੰਟਾ ਕੁ ਸੈਲਫ ਸਟੱਡੀ ਕਲਾਸਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਬੱਚੇ ਆਪਣੇ ਹੋਸਟਲ ਵਿੱਚ ਸੌ ਜਾਂਦੇ। ਖੇਡਣ ਵਾਸਤੇ ਸਾਡੇ ਕੋਲ ਬੱਚਿਆਂ ਦੀ ਮੈਂ ਪ੍ਰਿੰਸੀਪਲ ਸਾਹਿਬ ਪੁੱਛਣਾ ਚਾਹੁੰਦਾ ਸੀ ਕਿ ਫਿਜ਼ੀਕਲ ਰੂਪ ਦੇ ਅੰਦਰ ਇਹਨਾਂ ਨੂੰ ਕੋਈ ਫਿਜ਼ੀਕਲ ਐਕਟੀਵਿਟੀ, ਇਹਨਾਂ ਨੂੰ ਖੇਡਾਂ ਬਾਰੇ ਬੱਚਿਆਂ ਨੂੰ ਤਿਆਰ ਕਰਨਾ, ਕਿਉਂਕਿ ਦੇਖੋ ਇਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਇਹ ਬੱਚੇ ਬੇਸਿਕਲੀ ਸ਼ਾਇਦ ਦਿੱਲੀ ਤੋਂ ਨਹੀਂ ਹੁੰਦੇ ਹੋਣਗੇ। ਇਹ ਦਿੱਲੀ ਦੇ ਕਿਹੜੇ ਇਲਾਕਿਆਂ, ਜਾਂ ਦਿੱਲੀ ਦੇ ਬਾਹਰ ਦੇ ਇਲਾਕਿਆਂ ਚੋਂ ਆਉਂਦੇ ਨੇ? ਮੈਨੂੰ ਇਹ ਦੱਸੋ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚੋਂ, ਸਟੇਟਾਂ ਚੋਂ ਬੱਚੇ ਆਉਂਦੇ ਨੇ? ਮੈਂ ਤੁਹਾਡੇ ਦੋਨਾਂ ਸਵਾਲਾਂ ਦਾ ਜਵਾਬ ਦੇਣਾ। ਸਭ ਤੋਂ ਪਹਿਲਾ ਸਵਾਲ ਕਿ ਬੱਚਿਆਂ ਦੀ ਫਿਜ਼ੀਕਲ ਹੈਲਥ ਵਾਸਤੇ ਅਸੀਂ ਇਹਨਾਂ ਬੱਚਿਆਂ ਨੂੰ 3 ਗੇਮਾਂ ਕਰਾਉਂਦੇ ਆ। ਇੱਕ ਸਾਡੇ ਕੋਲ ਵਾਲੀਬਾਲ ਤੇ ਇੱਕ ਕ੍ਰਿਕਟ। ਕ੍ਰਿਕਟ ਦੀ ਸਾਡੀ ਟੀਮ ਬੱਚਿਆਂ ਦੀ ਬਹੁਤ ਵਧੀਆ ਹੈ। ਤੁਹਾਨੂੰ ਹੈਰਾਨਗੀ ਹੋਏਗੀ ਕਿ ਸਾਡੀ ਸੰਸਥਾ ਦੇ ਬੱਚੇ ਜਿਹੜੇ ਦਿੱਲੀ ਦੇ ਪਬਲਿਕ ਸਕੂਲ ਨੇ, ਉਹਨਾਂ ਸਕੂਲਾਂ ਦੇ ਨਾਲ ਕ੍ਰਿਕਟ ਮੈਚ ਖੇਡ ਕੇ ਤੇ ਜਿੱਤਦੇ ਨੇ। ਇਸ ਤੋਂ ਇਲਾਵਾ ਅਸੀਂ ਆਪਣੀ ਮਾਰਸ਼ਲ ਆਰਟ ਨੂੰ ਵੀ ਅੱਗੇ ਵਧਾਉਣ ਵਾਸਤੇ ਬੱਚਿਆਂ ਦੀ ਗੱਤਕਾ ਕਲਾਸ ਵੀ ਹਫ਼ਤੇ 'ਚ 3 ਵਾਰੀ ਲੱਗਦੀ ਹੈ। ਇਹ ਫਿਜ਼ੀਕਲ ਐਕਟੀਵਿਟੀ ਹੋਗੀ। ਤੁਹਾਡਾ ਦੂਸਰਾ ਸਵਾਲ ਸੀ ਕਿ ਬੱਚੇ ਕਿੱਥੋਂ ਕਿੱਥੋਂ ਨੇ। ਸਾਡੇ ਕੋਲ ਦਿੱਲੀ ਦੇ ਵੀ ਬੱਚੇ ਨੇ, ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ਦੇ ਵੀ ਬੱਚੇ ਨੇ। ਤਕਰੀਬਨ 4 ਸਾਲ ਪਹਿਲਾਂ ਮੈਂ ਖੁਦ ਗਿਆ ਸੀ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੇ ਖੰਡਵਾ ਜ਼ਿਲ੍ਹਿਆਂ ਦੇ ਵਿੱਚ, ਜਿੱਥੋਂ ਸਾਡੇ ਕੋਲ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਵੀ ਕਾਫੀ ਬੱਚੇ ਆਏ ਨੇ। ਅੱਜ ਸਾਡੇ ਕੋਲ ਅਗਰ 200 ਬੱਚਾ ਹੈ ਤੇ ਉਹਦੇ ਵਿੱਚੋਂ ਤਕਰੀਬਨ 50 ਬੱਚੇ ਸਿਕਲੀਗਰ ਤੇ ਵਣਜਾਰੇ ਸਿੱਖ ਪਰਿਵਾਰਾਂ ਦੇ ਵੀ ਨੇ। ਸਬਲਦੇਵ ਸਿੰਘ ਜੀ, ਮੈਂ ਆਪ ਜੀ ਨੂੰ ਪੁੱਛਣਾ ਚਾਹਾਂਗਾ, ਕਿਉਂਕਿ ਸਮਾਂ ਵੀ ਅੱਗੇ ਦੌੜਦਾ ਪਿਆ ਤੇ ਅਸੀਂ ਪ੍ਰੋਗਰਾਮ ਦੇ ਸ਼ਾਇਦ ਬਹੁਤ ਨੇੜੇ ਤੇੜੇ ਪਹੁੰਚਦੇ ਪਏ ਹਾਂ। ਮੈਂ ਜਾਣਨਾ ਚਾਹਾਂਗਾ ਕਿ ਸਰ ਹੁਕਮ ਸਿੰਘ ਜੀ, ਜਿੱਦਾਂ ਤੁਸੀਂ ਨਾਮ ਲਿਆ ਕਿ ਉਹ ਸਾਬਕਾ ਸਪੀਕਰ ਲੋਕ ਸਭਾ ਸਨ ਔਰ ਗਵਰਨਰ ਵੀ ਰਹੇ ਨੇ, ਲੇਕਿਨ ਸੰਸਥਾਵਾਂ ਨਿਰੰਤਰਤਾ ਤੇ ਤੁਰਦੀਆਂ ਨੇ ਤੇ ਕੰਟੀਨਿਊਟੀ ਦੇ ਵਿਚਕਾਰ, ਕਿਉਂਕਿ ਕਹਿੰਦੇ ਨੇ ਕਿ ਬਈ ਚੰਗੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਚੰਗੇ ਬੰਦਿਆਂ ਨੂੰ ਜਨਮ ਦਿੰਦੀਆਂ ਨੇ, ਔਰ ਚੰਗੇ ਬੰਦੇ ਜਿਹੜੇ ਨੇ ਚੰਗੀਆਂ ਸੰਸਥਾਵਾਂ ਨੂੰ ਜਨਮ ਦਿੰਦੇ ਨੇ। ਇੱਕ ਸਾਈਕਲ ਹੈ ਜਿਹੜਾ ਲਗਾਤਾਰ ਸਮਾਜ ਦੇ ਅੰਦਰ ਚੱਲਦਾ ਰਹਿੰਦਾ ਹੈ। ਸੋ ਅੱਜ ਕੌਣ ਲੋਕ ਐਸੇ ਨੇ ਜਿਹੜੇ ਕਿ ਇਹ ਸੰਸਥਾ ਦੀ ਸੇਵਾ ਸੰਭਾਲ ਕਰ ਰਹੇ ਨੇ? ਵਿਜੀ ਸਰਦਾਰ ਹੁਕਮ ਸਿੰਘ ਹੋਰਾਂ ਤੋਂ ਬਾਅਦ ਮੈਂ ਇੱਕ ਨਾਮ ਜ਼ਰੂਰ ਲੈਣਾ ਚਾਹਾਂਗਾ, ਸਰਦਾਰ ਸਤਪਾਲ ਸਿੰਘ, ਜਿਹੜੇ ਗਵਰਨਮੈਂਟ ਆਫ ਇੰਡੀਆ ਵੱਲੋਂ ਜਾਂਬੀਆ ਵਿੱਚ ਸਰਵਿਸ ਕਰਦੇ ਸਨ। ਉੱਥੋਂ ਰਿਟਾਇਰ ਹੋ ਕੇ ਉਹਨਾਂ ਨੇ ਇਸ ਸੰਸਥਾ ਦੀ ਬਹੁਤ ਸੇਵਾ ਕੀਤੀ। ਉਹ ਅੱਜ ਗੁਰੂ ਚਰਨਾਂ ਵਿੱਚ ਬਰਾਤ ਚੁੱਕੇ ਨੇ। ਤੇ ਉਹਨਾਂ ਤੋਂ ਬਾਅਦ ਸਰਦਾਰ ਤੀਰਥ ਸਿੰਘ ਹੋਰਾਂ ਨੇ ਸੇਵਾ ਸੰਭਾਲੀ। ਤੇ ਅੱਜ ਸਾਡੇ ਕੋਲ ਇੱਕ ਮੈਨੇਜਿੰਗ ਕਮੇਟੀ ਹੈ ਛੋਟੀ ਜੀ, ਜਿਸ ਵਿੱਚ ਸਾਡੇ ਚੇਅਰਮੈਨ ਨੇ ਸਰਦਾਰ ਹਰਚਰਨ ਸਿੰਘ ਨਾਗ, ਉਹ ਦਿੱਲੀ ਦੇ ਬੜੇ ਜਾਣੇ ਪਛਾਣੇ ਬਿਲਡਰ ਨੇ। ਇਸ ਤੋਂ ਇਲਾਵਾ ਰੋਜ਼ਾਨਾ ਕੰਮਕਾਜ ਜਾਂ ਪੂਰੀ ਸੰਸਥਾ ਜਿਨ੍ਹਾਂ ਦੀ ਨਿਗਰਾਨੀ ਵਿੱਚ ਚੱਲਦੀ ਹੈ, ਉਹਨੇ ਕਰਨਲ ਜੋਗਿੰਦਰਪਾਲ ਸਿੰਘ ਸਾਹੀ, ਉਹ ਬੜੀ ਤਨਦੇਹੀ ਦੇ ਨਾਲ ਇਸ ਸੰਸਥਾ ਦੀ ਸੇਵਾ ਨਿਭਾ ਰਹੇ ਆ। ਇਸ ਤੋਂ ਇਲਾਵਾ ਸਾਡੇ ਜਿਹੜੇ ਸੈਕਟਰੀ ਸਾਹਿਬ ਨੇ ਉਹ ਬੈਂਕਿੰਗ ਸੈਕਟਰ ਤੋਂ ਨੇ, ਤੇ ਹੋਰ ਵੀ ਇੱਕ ਸਰਦਾਰ ਜਤਿੰਦਰ ਸਿੰਘ ਜੀ ਨੇ, ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਪੋਲਿਊਸ਼ਨ ਕੰਟਰੋਲ ਬੋਰਡ ਵਿੱਚ ਬੜੀ ਹਾਈ ਪੋਸਟ ਤੋਂ ਰਿਟਾਇਰ ਹੋਏ ਨੇ। ਉਹਨਾਂ ਦਾ ਸਾਰਾ ਪਰਿਵਾਰ, ਇਹ ਸਾਰੇ ਜਿਹੜੀ ਸੰਗਤ ਹੈ ਤੇ ਨਾਲ ਮੈਨੇਜਿੰਗ ਕਮੇਟੀ, ਸਾਰਾ ਸਟਾਫ ਮਿਲ ਕੇ ਸੰਸਥਾ ਨੂੰ ਚਲਾ ਰਿਹਾ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰਿਆਂ ਵਿੱਚ ਬਹੁਤ ਪਿਆਰ ਹੈ। ਮੈਨੂੰ 25 ਸਾਲ ਹੋ ਗਏ ਇੱਥੇ, ਪਰ 25 ਸਾਲਾਂ ਵਿੱਚ ਅਜੇ ਤੱਕ ਕਦੇ ਕਿਸੇ ਸਟਾਫ ਜਾਂ ਮੈਨੇਜਮੈਂਟ ਜਾਂ ਕਿਸੇ ਵਿੱਚ ਵੀ ਕੋਈ ਕਨਫਲਿਕਟ ਨਹੀਂ ਦੇਖਣ ਨੂੰ ਮਿਲਿਆ। ਜੋ ਕੋਈ ਇੱਕ ਗੱਲ ਕਹਿੰਦਾ ਦੂਸਰਾ ਉਸ ਨੂੰ ਜੀ ਆਇਆਂ ਕਹਿ ਕੇ ਮੰਨ ਲੈਂਦਾ। ਇਹੀ ਕਾਰਨ ਹੈ ਕਿ ਸ਼ਾਇਦ ਸੰਸਥਾ ਅੱਜ ਤਰੱਕੀ ਕਰ ਰਹੀ ਹੈ, ਬੜੀ ਵਧੀਆ ਤਰੀਕੇ ਦੇ ਨਾਲ ਸੰਸਥਾ ਕੰਮ ਕਰ ਰਹੀ ਹੈ। ਬਲਦੇਵ ਸਿੰਘ ਜੀ, ਮੈਨੂੰ ਇੱਕ ਵਾਰੀ ਇਸ ਸੰਸਥਾ 'ਚ ਆਉਣ ਦਾ ਮੌਕਾ ਮਿਲਿਆ ਤੇ ਮੈਨੂੰ ਯਾਦ ਹੈ ਕਿ ਕਿਸੇ ਸੱਜਣ ਨੇ ਆ ਕੇ ਅੰਦਰ ਕਰਨਲ ਸਾਹੀ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਮੈਂ ਇੱਥੇ ਕੋਈ ਸੇਵਾ ਆਪਣਾ ਕਰਨਾ ਚਾਹੁੰਦਾ ਵਾਂ। ਤੇ ਮੈਨੂੰ ਯਾਦ ਹੈ ਕਿ ਜਿਹੜੇ ਵੀ ਸੱਜਣ ਉਸ ਵੇਲੇ ਉੱਥੇ ਬੈਠੇ ਹੋਏ ਸਨ, ਉਹਨਾਂ ਨੇ ਅੱਗੋਂ ਇਹ ਜਵਾਬ ਦਿੱਤਾ ਕਿ ਗੇਟ ਤੋਂ ਲੈ ਕੇ ਦਫ਼ਤਰ ਤੱਕ ਤੁਸੀਂ ਜਿਹੜੀ ਸੇਵਾ ਤੁਹਾਨੂੰ ਚੰਗੀ ਲੱਗੀ ਕਰਨੀ ਸ਼ੁਰੂ ਕਰ ਦਿਓ, ਸਾਡੇ ਵੱਲੋਂ ਕੋਈ ਨਾ ਨਹੀਂ ਹੈ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਤੁਹਾਨੂੰ ਆਵਾਜ਼ ਮਾਰ ਰਹੀ ਹੈ ਕਿ ਤੁਸੀਂ ਆ ਕੇ ਇੱਥੇ ਆਪਣੀ ਸੇਵਾ ਦਾ ਹਿੱਸਾ ਪਾ ਸਕਦੇ ਹੋ। ਜੇ ਤੁਸੀਂ ਕੋਈ ਦਸਵੰਧ ਦੇ ਸਕਦੇ ਹੋ, ਮਾਇਆ ਦਾ ਜ਼ਰੂਰ ਦਿਓ। ਦਸਵੰਧ ਦੇ ਸਕਦੇ ਹੋ ਸਮੇਂ ਦਾ, ਤੇ ਜ਼ਰੂਰ ਦਿਓ, ਤਾਂ ਕਿ ਤੁਹਾਡਾ ਦਿੱਤਾ ਹੋਇਆ ਦਸਵੰਧ ਇਸ ਸੰਸਥਾ ਦੇ ਵਿਚਕਾਰ, ਟਕਸਾਲ ਦੇ ਵਿਚਕਾਰ ਬੱਚਿਆਂ ਨੂੰ ਇੱਕ ਨਵੀਂ ਰੋਸ਼ਨੀ ਵੱਲ ਤੋਰ ਰਿਹਾ ਹੈ। ਅੱਜ 200 ਬੱਚਾ ਇੱਥੇ ਹੈ, ਕੱਲ ਹੋ ਸਕਦਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਇਹ 2000 ਵੀ ਹੋਵੇ।
ਲੇਕਿਨ ਜਦੋਂ ਸੰਸਥਾਵਾਂ ਅੱਗੇ ਤਾਂ ਹੀ ਵੱਧਦੀਆਂ ਨੇ ਜਦੋਂ ਸੰਗਤ ਉਹਦੇ ਸਹਿਯੋਗ ਦੇ ਵਿੱਚ ਉੱਭਰ ਕੇ ਸਾਹਮਣੇ ਆ ਜਾਏ। ਅੱਜ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ 'ਚ ਬੈਠੇ ਹੋਏ ਦਰਸ਼ਕਾਂ ਨੂੰ ਇਸ ਸੰਸਥਾ ਦੇ ਬਾਰੇ ਮੈਂ ਸਮਝਦਾ ਬੜੀ ਵੱਡੀ ਜਾਣਕਾਰੀ ਸਾਹਿਬ ਬਲਦੇਵ ਸਿੰਘ ਜੀ ਕੋਲੋਂ ਮਿਲੀ ਹੋਈ ਹੈ ਔਰ ਨਾਲ ਸਾਹਿਬ ਬਲਦੇਵ ਸਿੰਘ ਜੀ ਦੇ ਬਾਰੇ ਦੱਸ ਰਹੇ ਨੇ। ਸਾਹਿਬ ਬਲਦੇਵ ਸਿੰਘ ਜੀ, ਮੈਂ ਹੁਣ ਤੁਹਾਨੂੰ ਇੱਕ ਵਿਅਕਤੀਗਤ ਪ੍ਰਸ਼ਨ ਪੁੱਛ ਰਿਹਾ, ਕਿਉਂਕਿ ਸੰਸਥਾ ਦੇ ਅੰਦਰ ਵਿਅਕਤੀਗਤ ਪ੍ਰਸ਼ਨ ਪੁੱਛਣਾ ਨਹੀਂ ਚਾਹੀਦਾ, ਲੇਕਿਨ ਮੈਂ ਇੱਕ ਵਿਅਕਤੀਗਤ ਪ੍ਰਸ਼ਨ ਪੁੱਛ ਰਿਹਾ। ਤੁਹਾਡਾ ਆਪਣਾ ਵਿਅਕਤੀਗਤ ਕੀ ਐਕਸਪੀਰੀਅੰਸ ਹੈ ਸੰਸਥਾ ਦੇ ਨਾਲ? ਕੀ ਵਿਅਕਤੀਗਤ ਤੁਹਾਡਾ ਐਕਸਪੀਰੀਅੰਸ? ਵਿਅਕਤੀਗਤ ਤਜਰਬਾ ਮੇਰਾ ਇਹ ਹੈ ਕਿ ਮੈਂ ਇੱਥੇ ਦਸੰਬਰ 1995 ਵਿੱਚ ਆਇਆ ਸੀ ਜੀ। ਉਸ ਤੋਂ ਬਾਅਦ ਸੰਸਥਾ ਨੇ ਬਹੁਤ ਤਰੱਕੀ ਕੀਤੀ ਹੈ। ਗੁਰੂ ਨਾਨਕ ਦੀ ਇੰਨੀ ਕਿਰਪਾ ਹੈ ਕਿ ਅੱਜ ਤੱਕ ਕਦੀ ਐਸਾ ਸਮਾਂ ਨਹੀਂ ਆਇਆ ਕਿ ਸਾਨੂੰ ਇਹ ਸੋਚਣਾ ਪਵੇ ਵੀ ਕਿਸੇ ਕਾਰਜ ਵਾਸਤੇ ਮਾਇਆ ਕਿੱਥੋਂ ਆਏਗੀ। ਸ਼ੁਰੂ ਵਿੱਚ ਸਮਾਂ ਬੜਾ ਔਖਾ ਸੀ, ਮਾਇਆ ਨਹੀਂ ਸੀ ਹੁੰਦੀ, ਸਾਨੂੰ ਬੜੇ ਹੋਰ ਤਰੀਕੇ ਲੋਕਾਂ ਕੋਲ ਜਾ ਕੇ ਸੰਗਤ ਨੂੰ ਜਾ ਕੇ ਅਪੀਲਾਂ ਕਰਨੀਆਂ ਪੈਂਦੀਆਂ ਸੀ, ਲੰਗਰ ਵਾਸਤੇ ਅਨਾਜ ਇਕੱਠਾ ਕਰਨਾ ਪੈਂਦਾ ਸੀ। ਪਰ ਹੌਲੀ ਹੌਲੀ ਜਿਵੇਂ ਜਿਵੇਂ ਸੰਸਥਾ ਨੇ ਆਪਣੀਆਂ ਗਤੀਵਿਧੀਆਂ ਚਲਾਈਆਂ, ਉਹਨਾਂ ਦੇ ਵਿੱਚ ਵਾਧਾ ਕੀਤਾ, ਮੈਨੇਜਮੈਂਟ ਦੀ ਸਹਿਯੋਗ ਅਗਵਾਈ ਮਿਲੀ ਤੇ ਅੱਜ ਸੰਸਥਾ ਇਸ ਸਟੇਜ ਤੇ ਪਹੁੰਚ ਚੁੱਕੀ ਹੈ ਕਿ ਅਸੀਂ ਬੱਚਿਆਂ ਦੀ ਸੇਵਾ ਵਧੀਆ ਤਰੀਕੇ ਨਾਲ ਕਰ ਰਹੇ ਹਾਂ। ਸਾਡਾ ਜਿਹੜਾ ਜਿੰਨਾ ਵੀ ਕੰਮ ਹੈ ਸਾਰਾ ਬੜਾ ਪਾਰਦਰਸ਼ੀ ਹੈ। ਈਵਨ ਸਾਡਾ ਅਕਾਊਂਟਸ ਵੀ ਅਸੀਂ ਹਰ ਮਹੀਨੇ ਆਡਿਟ ਕਰਨੇ ਆ। ਸਾਡਾ ਮਕਸਦ ਸਿਰਫ ਇਹ ਹੈ ਕਿ ਜੋ ਵੀ ਆਵੇ ਉਹਨੂੰ ਇੰਨੀ ਤਸੱਲੀ ਹੋਵੇ ਕਿ ਉਹਨੂੰ ਇਹ ਹੋਵੇ ਕਿ ਮੇਰਾ ਜਿਹੜਾ ਦਸਵੰਧ ਹੈ, ਚਾਹੇ ਉਹ ਮਾਇਆ ਦੇ ਰੂਪ ਵਿੱਚ ਹੈ, ਚਾਹੇ ਆਪਣੀ ਕਿਸੇ ਕੰਮ ਦੇ ਰੂਪ ਵਿੱਚ ਹੈ, ਉਹ ਸਕਾਰਥ ਲੱਗ ਰਿਹਾ ਹੈ। ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਇਹ ਦੇਖਨੇ ਆ ਕਿ ਇੱਕ ਬੜੇ ਜ਼ਰੂਰਤਮੰਦ ਪਰਿਵਾਰ ਦਾ ਬੱਚਾ ਜਿੰਦਾ ਪਿਤਾ ਰਿਕਸ਼ਾ ਚਲਾਉਂਦਾ ਹੈ, ਪਰਿਵਾਰ ਵਿੱਚ ਕੋਈ ਆਮਦਨ ਦਾ ਸਾਧਨ ਨਹੀਂ, ਸੰਸਥਾ ਵਿੱਚ 2-4 ਸਾਲ ਆਪਣਾ ਪੜ੍ਹਾਈ ਕਰਕੇ ਕਿਸੇ ਚੰਗੇ ਹਸਪੀਟਲ ਵਿੱਚ ਲੈਬ ਦਾ ਕੰਮ ਕਰ ਰਿਹਾ ਹੈ, ਕਿਸੇ ਕੰਪਨੀ ਵਿੱਚ ਇੰਜੀਨੀਅਰਿੰਗ ਲੱਗਿਆ ਹੈ, ਕਿਸੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਜਾਂ ਰਾਗੀ ਸਿੰਘ ਦੀ ਸੇਵਾ ਕਰ ਰਿਹਾ ਹੈ। ਜਦੋਂ ਮੈਂ ਉਹਨਾਂ ਬੱਚਿਆਂ ਨੂੰ ਕਾਮਯਾਬ ਹੋਏ ਦੇਖਣਾ ਤੇ ਮੈਨੂੰ ਜ਼ਿੰਦਗੀ ਦੀ ਅਸਲੀ ਖੁਸ਼ੀ ਉਦੋਂ ਮਿਲਦੀ ਹੈ। ਮੇਰੇ ਵਾਸਤੇ ਬਹੁਤ ਅੱਛਾ ਹੈ, ਸਭ ਤੋਂ ਵੱਡਾ ਹੁੰਦਾ ਹੈ। ਸਾਹਿਬ ਬਲਦੇਵ ਸਿੰਘ ਜੀ, ਬਹੁਤ ਅੱਛਾ ਲੱਗਾ ਤੁਹਾਡੇ ਵਿਅਕਤੀਗਤ ਐਕਸਪੀਰੀਅੰਸ ਨੂੰ ਸੁਣ ਕੇ। ਬਸ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹਾਂਗਾ ਕਿ ਆਪ ਦੀ ਸੰਸਥਾ ਨੂੰ ਇਹ ਤੰਤੀ ਸਾਜ਼ਾਂ ਨੂੰ ਸੁਰਜੀਤ ਦਿੱਲੀ ਦੀ ਧਰਤੀ ਦੇ ਉੱਤੇ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਵਿਲੇजेस ਤੋਂ, ਪਿੰਡਾਂ ਤੋਂ, ਜਿਨ੍ਹਾਂ ਦਾ ਪਿਛੋਕੜ ਕਾਫੀ ਮਤਲਬ ਮੈਂ ਸਮਝਦਾ ਕਿ ਬਈ ਉਹਨਾਂ ਦਾ ਨਾ ਤਾਂ ਪੂਰੀ ਤਰ੍ਹਾਂ ਗੁਰਮਤ ਉਹਨਾਂ ਨੂੰ ਘਰ ਚੋਂ ਮਿਲ ਪਾਉਂਦੀ ਹੈ, ਨਾ ਹੀ ਉਹਨਾਂ ਨੂੰ ਕੋਈ ਤੰਤੀ ਸਾਜ਼ਾਂ ਬਾਰੇ ਕੋਈ ਜਾਣਕਾਰੀ ਦੇ ਸਕਦਾ ਹੈ, ਲੇਕਿਨ ਇੰਨੀ ਮਿਹਨਤ ਕਰਕੇ ਤੁਸੀਂ ਤੰਤੀ ਸਾਜ਼ਾਂ ਦੇ ਅੰਦਰ ਕਿਸ ਤਰ੍ਹਾਂ ਇਹ ਮਤਲਬ ਬੱਚਿਆਂ ਨੂੰ ਤਿਆਰ ਕੀਤਾ? ਕਿਹੜਾ ਐਸਾ ਮਤਲਬ ਟਰਾਂਸਫੋਰਮੇਸ਼ਨ ਲਿਆਉਣ ਦੇ ਵਿਚਕਾਰ ਤੁਸੀਂ ਆਪਣਾ ਯੋਗਦਾਨ ਪਾਇਆ? ਇਹਦੇ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਦੇਖ ਕੇ, ਔਰ ਮੈਂ ਆਪ ਜੀ ਨੂੰ ਜਾਨਣਾ ਚਾਹਾਂਗਾ ਕਿਹੜਾ ਐਸੀ ਟੈਕਨੀਕ ਇਸਤੇਮਾਲ ਕੀਤੀ ਹੈ ਤੰਤੀ ਸਾਜ਼ਾਂ ਵਾਸਤੇ? ਵੀ ਜੀ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦਾ ਜਿਹੜਾ IQ ਹੁੰਦਾ ਹੈ ਉਹ ਬਹੁਤ ਜ਼ਿਆਦਾ ਲੋ ਹੁੰਦਾ ਹੈ। ਨਾ ਤਾਂ ਉਹਨਾਂ ਕੋਲ ਸਕੂਲਿੰਗ ਐਜੂਕੇਸ਼ਨ ਹੁੰਦੀ ਹੈ, ਨਾ ਗੁਰਮਤ ਦੀ ਹੁੰਦੀ ਹੈ, ਨਾ ਮਿਊਜ਼ਿਕ ਹੁੰਦੀ ਹੈ। ਪਰ ਅਸੀਂ ਇੱਕ ਸਿਸਟਮ ਰੱਖਿਆ ਹੈ ਕਿ ਜਦੋਂ ਬੱਚਾ ਇੱਥੇ ਐਡਮਿਸ਼ਨ ਲੈਂਦਾ ਹੈ ਤਾਂ ਉਹ ਕੇਵਲ ਕਲਾਸ 'ਚ ਹੀ ਨਹੀਂ ਪੜ੍ਹਦਾ, ਬਾਕੀ ਬੱਚੇ ਵੀ ਉਸਦੀ ਬੜੀ ਮਦਦ ਕਰਦੇ ਆ। ਇਸ ਤਰੀਕੇ ਨਾਲ ਬੱਚਾ ਹੌਲੀ ਹੌਲੀ ਰਹਿਣਾ ਸਿੱਖ ਲੈਂਦਾ ਹੈ। ਜਿਹੜੀ ਤੁਸੀਂ ਤੰਤੀ ਸਾਜ਼ਾਂ ਦੀ ਗੱਲ ਕੀਤੀ ਹੈ, ਇਸ ਦੇ ਵਿੱਚ ਅਸੀਂ ਇੱਕੋ ਹੀ ਤਰੀਕਾ ਵਰਤਿਆ ਹੈ ਕਿ ਅਸੀਂ ਉਹਨਾਂ ਸਾਜ਼ਾਂ ਨੂੰ ਸਿਖਾਉਣ ਵਾਲੇ ਪ੍ਰੋਫੈਸ਼ਨਲ ਬੰਦੇ ਰੱਖੇ। ਅਸੀਂ ਇਹ ਨਹੀਂ ਦੇਖਿਆ ਕਿ ਉਹ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦੇ ਨੇ। ਅਸੀਂ ਸਿਰਫ ਉਹਨਾਂ ਦੀ ਯੋਗਤਾ ਦੇਖੀ ਕਿ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾ ਸਕਣ। ਉਹਨਾਂ ਦੇ ਸਿਖਾਉਣ ਤੋਂ ਬਾਅਦ ਫਿਰ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਆਪ ਅਸੀਂ ਦਫ਼ਤਰ 'ਚ ਬੁਲਾ ਕੇ, ਦਫ਼ਤਰ ਦੇ ਨਾਲ ਸਾਡੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ, ਉੱਥੇ ਬੁਲਾ ਕੇ ਉਹਨਾਂ ਬੱਚਿਆਂ ਨੂੰ ਸੁਣਨਾ। ਜਿਨ੍ਹਾਂ ਬੱਚਿਆਂ ਨੇ ਥੋੜਾ ਵਧੀਆ ਗਾਉਣਾ ਉਹਨਾਂ ਨੂੰ ਇਨਾਮ ਦੇਣਾ, ਨਗਦ ਇਨਾਮ ਦੇਣੇ, ਹੋਰ ਛੋਟੇ ਛੋਟੇ ਤਰੀਕੇ ਵਰਤ ਕੇ ਤਾਂ ਕਿ ਬੱਚਿਆਂ ਨੂੰ ਇਨਕਰਜ ਹੋਣ ਤੇ ਉਹ ਇਸ ਕਾਰਜ ਵਿੱਚ ਅੱਗੇ ਵਧਣ। ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ 2 ਜਥੇ ਨੇ ਜੀ ਜਿਹੜੇ ਕੇਵਲ ਤੇ ਕੇਵਲ ਰਬਾਬ ਤੇ ਤਬਲੇ ਤੇ ਕੀਰਤਨ ਕਰ ਸਕਦੇ ਆ। ਨਹੀਂ ਤੇ ਅੱਜ ਕੱਲ ਬਹੁਤੇ ਜਥੇ ਨੇ ਕਿ ਉਹ ਸਿਰਫ ਇੱਕ ਸਾਜੀ ਤੁਸੀਂ ਕਹਿ ਲਓ ਨਾਲ ਰੱਖ ਲੈਂਦੇ ਨੇ ਤੰਤੀ ਸਾਜ਼ ਵਜਾਉਣ ਵਾਲਾ, ਪਰ ਜਿਹੜਾ ਮੇਨ ਕੀਰਤਨੀਆ ਸਿੰਘ ਹੁੰਦਾ ਉਹ ਵਾਜੇ ਦੀ ਕੀਰਤਨ ਕਰਦਾ। ਪਰ ਸਾਡੇ ਕੋਲ ਜਿਹੜੇ 2 ਜਥੇ ਨੇ ਇਹ ਰਬਾਬ ਤੇ ਤਬਲੇ ਤੇ ਹੀ ਕੀਰਤਨ ਕਰ ਸਕਦੇ ਆ। ਔਰ ਇਹਨਾਂ ਵਿੱਚ ਜਿਹੜੇ ਟੀਚਰ ਨੇ ਉਹਨਾਂ ਦੀ ਮਿਹਨਤ ਤੇ ਬੱਚਿਆਂ ਦੀ ਮਿਹਨਤ ਦਾ ਮੇਨ ਯੋਗਦਾਨ ਹੈ। ਅਸੀਂ ਤੇ ਸਿਰਫ ਇੱਕ ਸਾਧਨ ਦੇ ਕੇ ਬੱਚਿਆਂ ਨੂੰ ਸੁਵਿਧਾ ਦੇ ਕੇ ਸ਼ੁਰੂ ਕੀਤੀ ਤੇ ਉਹਨਾਂ ਬੱਚਿਆਂ ਨੇ ਮਿਹਨਤ ਕੀਤੀ ਤੇ ਗੁਰੂ ਨੇ ਕਾਮਯਾਬੀ ਦਿੱਤੀ। ਪ੍ਰਿੰਸੀਪਲ ਬਲਦੇਵ ਸਿੰਘ ਜੀ, ਤੁਸੀਂ ਬੜੇ ਵਿਸਤਾਰ ਦੇ ਵਿਚਕਾਰ ਔਰ ਨਾਲ ਸੰਖੇਪ ਦੇ ਵਿੱਚ
ਵਿਸਤਾਰ 'ਚ ਵੀ ਸੰਖੇਪ 'ਚ ਵੀ ਦੋਨੋਂ ਪਾਸੇ ਸਾਰੇ ਸਵਾਲਾਂ ਦਾ ਜਵਾਬ ਬੜੇ ਹੀ ਤਸੱਲੀ ਨਾਲ ਔਰ ਬੜੀ ਅੱਛੇ ਤਰੀਕੇ ਨਾਲ ਦਿੱਤਾ ਹੈ। ਔਰ ਮੈਂ ਬੇਨਤੀ ਕਰਾਂਗਾ ਸਾਡੇ ਚੈਨਲ ਹੈਡ ਜਿਹੜੇ ਨੇ ਸਿੱਖੀ ਚੈਨਲ ਦੇ, ਉਹ ਸਰਦਾਰ ਹਰਜੋਤ ਸ਼ਾਹ ਸਿੰਘ ਜੀ, ਜਿਨ੍ਹਾਂ ਨੇ ਕਿ ਤੁਹਾਨੂੰ ਸ਼ੁਰੂ 'ਚ ਇੰਟਰੋਡਿਊਸ ਕੀਤਾ ਸੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਸਾਰੇ ਦਰਸ਼ਕਾਂ ਨੂੰ ਔਰ ਸਿੱਖੀ ਚੈਨਲ ਦੇ ਦਰਸ਼ਕਾਂ ਦਾ ਧੰਨਵਾਦ ਕਰਨ। ਔਰ ਨਾਲ ਸਾਹਿਬ ਬਲਦੇਵ ਸਿੰਘ ਜੀ, ਵਿਸ਼ੇਸ਼ ਕਰਕੇ ਪ੍ਰਿੰਸੀਪਲ ਬਲਦੇਵ ਸਿੰਘ ਜੀ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੋਲੀ ਵਿਖੇ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਨੇ। ਔਰ ਤੰਤੀ ਸਾਜ਼ਾਂ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਉਹਦੇ 'ਚ ਇਹ ਰਬਾਬ ਉਹ ਹੈ ਦਰਸ਼ਕੋ, ਜਿਸ ਰਬਾਬ ਨੂੰ ਭਾਈ ਮਰਦਾਨਾ ਵਜਾਇਆ ਕਰਦੇ ਸਨ। ਔਰ ਉਹ ਰਬਾਬ ਦਾ ਕੀਰਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦੇ ਅਕਾਲ ਪੁਰਖ ਦੀ ਬਾਣੀ ਦਾ ਗਾਇਨ ਕਰਿਆ ਕਰਦੇ ਸਨ। ਅੱਜ ਉਹ ਰਬਾਬ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਵਿਦਿਆਰਥੀ ਅੱਜ ਸਾਨੂੰ ਕੀਰਤਨ ਦਾ ਉਹ ਰਸ ਤੇ ਮਾਣ ਦਿੰਦੇ ਨੇ। ਮੈਂ ਇਸ ਲਈ ਅਸੀਂ ਚਾਹਾਂਗੇ ਕਿ ਅਕਾਲ ਪੁਰਖ ਦੇ ਚਰਨਾਂ 'ਚ ਤੁਸੀਂ ਵੀ ਅਰਦਾਸ ਕਰੋ, ਅਸੀਂ ਵੀ ਅਰਦਾਸ ਕਰੀਏ ਕਿ ਸੰਸਥਾ ਚੜ੍ਹਦੀ ਕਲਾ ਵਿੱਚ ਰਵੇ, ਇਹਦੇ ਪ੍ਰਬੰਧਕ ਚੜ੍ਹਦੀ ਕਲਾ ਵਿੱਚ ਰਹਿਣ, ਆਪਸੀ ਪਿਆਰ ਦੇ ਨਾਲ, ਕਿਉਂਕਿ ਸਾਡੀਆਂ ਸੰਸਥਾਵਾਂ ਵਿੱਚ ਆਪਸੀ ਪਿਆਰ ਦਾ ਘਾਟ ਹੁੰਦੀ, ਲੇਕਿਨ ਇੱਥੇ ਆਪਸੀ ਪਿਆਰ ਦਾ ਜਿਹੜਾ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਹ ਇੱਕ ਆਪਣੇ ਆਪ ਦੇ ਅੰਦਰ ਇੱਕ ਮਿਸਾਲ ਹੈ। ਸੋ ਅਸੀਂ ਅਰਦਾਸ ਕਰਾਂਗੇ ਕਿ ਚੜ੍ਹਦੀ ਕਲਾ ਵਿੱਚ ਰਹੇ ਔਰ ਪ੍ਰਿੰਸੀਪਲ ਬਲਦੇਵ ਸਿੰਘ ਜੀ ਇਦਾਂ ਹੀ ਗੁਰਮਤ ਦੀ ਟਕਸਾਲ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਰੱਖਣ। ਸਰ ਹਰਜੋਤ ਸ਼ਾਹ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਹਨਾਂ ਦਾ ਧੰਨਵਾਦ ਕਰਨ, ਦਰਸ਼ਕਾਂ ਦਾ ਧੰਨਵਾਦ ਕਰਨ। ਔਰ ਹਰਜੋਤ ਸ਼ਾਹ ਸਿੰਘ। ਧੰਨਵਾਦ ਕੁਲਮੋਹਨ ਸਿੰਘ ਜੀ। ਅੱਜ ਜਿਹੜੀਆਂ ਸਾਂਝਾਂ ਸਾਡੇ ਪ੍ਰਿੰਸੀਪਲ ਬਲਦੇਵ ਸਿੰਘ ਜੀ ਨੇ ਕੀਤੀਆਂ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਵਿਦਿਆ ਕੇਂਦਰ ਖੁਸ਼ੀ ਗਮੀ ਜਾਂ ਹੋਰ ਕਈ ਪ੍ਰੋਗਰਾਮਾਂ ਤੇ ਵੀ ਜਾਣ ਦਾ ਮੌਕਾ ਮਿਲਿਆ, ਇਵਨ ਕਿ ਉਹਨਾਂ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਤੇ ਵੀ ਮੌਕਾ ਮਿਲਿਆ, ਤੇ ਉੱਥੇ ਬੱਚੇ ਜਿਹੜੇ ਨੇ ਉਹ ਕਈ ਸਮਾਗਮਾਂ ਤੇ ਵੀ ਦੇਖਣ ਨੂੰ ਮਿਲਦੇ ਨੇ। ਔਰ ਸੱਚ ਜਾਣੇ ਵਧਾਈ ਦੇ ਪਾਤਰ ਨੇ ਪੂਰੀ ਟੀਮ ਸਰਦਾਰ ਬਲਦੇਵ ਸਿੰਘ ਜੀ, ਜਿਨ੍ਹਾਂ ਨੇ ਸੱਚ ਦੇ ਵਿੱਚ ਇੱਕ ਗੁਰਮਤ ਦੀ ਟਕਸਾਲ ਨੂੰ ਦਿੱਲੀ ਦੇ ਵਿੱਚ ਮਹਿਰੋਲੀ ਵਿਖੇ ਇੱਕ ਪੌਦਾ ਲਗਾ ਕੇ ਅੱਜ ਇੰਨਾ ਹਰਿਆ ਭਰਿਆ ਕੀਤਾ। ਅਸੀਂ ਵਧਾਈ ਦਿੰਦੇ ਹਾਂ ਉਹਨਾਂ ਨੂੰ, ਔਰ ਗੁਰੂ ਸਾਹਿਬ ਅੱਗੇ ਬੇਨਤੀ ਕਰਾਂਗੇ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਉਹਨਾਂ ਦੀ ਪੂਰੀ ਟੀਮ ਨੂੰ ਤਾਕਤ ਬਖਸ਼ਣ, ਤਾਂ ਜੋ ਉਹ ਜਿਹੜੀ ਸੇਵਾ ਕਰ ਰਹੇ ਨੇ ਹੋਰ ਵਧੇਰੇ ਤਰੀਕੇ ਨਾਲ ਕਰ ਸਕਣ। ਸਰਦਾਰ ਕੁਲਮੋਹਨ ਸਿੰਘ ਜੀ, ਰਾਜਾ ਸਾਂਸੀ ਜੀ ਔਰ ਪ੍ਰਿੰਸੀਪਲ ਬਲਦੇਵ ਸਿੰਘ ਜੀ, ਆਪ ਜੀ ਦਾ ਖਾਸ ਕਰ ਧੰਨਵਾਦ ਜੋ ਆਪ ਜੀ ਨੇ ਸਾਰੀ ਜਿਹੜੀ ਸਾਂਝ ਸਾਡੇ ਨਾਲ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕਡਾਊਨ ਦੇ ਇਸ ਪੀਰੀਅਡ ਵਿੱਚ ਜਦੋਂ ਜ਼ਿਆਦਾਤਰ ਲੋਕ ਘਰਾਂ ਵਿੱਚ ਬੰਦ ਹਨ, ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸੰਗਤ ਦੀ ਸੇਵਾ ਵਿੱਚ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਨੂੰ ਗਾਇਨ ਕਰਕੇ ਤੇ ਉਸ ਨੂੰ ਕੁਝ ਸ਼ਬਦ ਅੰਗਰੇਜ਼ੀ ਵਿੱਚ ਸਮਝਾਉਣ ਦਾ ਯਤਨ ਕੀਤਾ ਜਾਵੇ, ਤਾਂ ਜੋ ਗੁਰੂ ਕਿਆ ਸੰਗਤਾਂ ਉਸ ਦਾ ਲਾਹਾ ਲੈ ਸਕਣ। ਜਿੰਨੀ ਵੀ ਵਾਹਿਗੁਰੂ ਨੇ ਇਹ ਸੇਵਾ ਲਈ, ਉਨੀ ਦੇਰ ਤੱਕ ਅਸੀਂ ਹਰ ਰੋਜ਼ ਇੱਕ ਸ਼ਬਦ ਸੰਗਤ ਦੀ ਸੇਵਾ ਵਿੱਚ ਭੇਟ ਕਰਨ ਦਾ ਯਤਨ ਕਰਾਂਗੇ। ਇਹ ਛੋਟੀ ਜੀ ਸੇਵਾ ਆਪ ਜੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ